हाँ जी, सत श्री अकाल प्यारे विद्यार्थियों ਅੱਜ ਅਸੀਂ 12ਵੀਂ जमात ਦੀ ਕਵਿਤਾ ਇੱਕ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਸ ਦਾ ਨਾਮ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾਂ। ਇਸ ਕਵਿਤਾ ਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਹੋਰਾਂ ਨੇ ਲਿਖਿਆ ਹੈ। ਵਿਸ਼ਾ ਲਾਜ਼ਮੀ ਪੰਜਾਬੀ ਪਾਠ ਪੁਸਤਕ ਵਿੱਚੋਂ ਇਹ ਤੁਹਾਨੂੰ ਕਵਿਤਾ ਜਿਹੜੀ ਪੜ੍ਹਾਈ ਜਾ ਰਹੀ ਹੈ। ਇਸ ਕਵਿਤਾ ਦੇ ਸੰਦਰਭ ਦੇ ਵਿੱਚ ਪਹਿਲਾਂ ਆਪਾਂ ਇੱਕ ਦੋ ਗੱਲਾਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਜਿਵੇਂ ਪੁਰਾਣੇ ਪੰਜਾਬ ਨੂੰ ਆਵਾਜ਼ਾਂ, ਕੋਈ ਉਹ ਚੀਜ਼ ਜਿਹੜੀ ਸਾਡੇ ਕੋਲੋਂ ਖੁੱਸ ਗਈ ਹੈ ਉਸ ਨੂੰ ਯਾਦ ਕਰਦਿਆਂ ਹੋਇਆਂ ਕਵੀ ਦੇ ਮਨ ਦੇ ਵਿੱਚ ਜੋ ਵਿਚਾਰ ਆਏ ਉਹਨਾਂ ਨੇ ਉਸ ਨੂੰ ਕਵਿਤਾ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਹੈ। ਸੋ ਇਸ ਕਵਿਤਾ ਨੂੰ ਜਦੋਂ ਵੀ ਤੁਸੀਂ ਨੇ ਪੜ੍ਹਨਾ ਜਾਂ ਸੁਣਨਾ, ਇੱਕ ਚੀਜ਼ ਦਿਮਾਗ ਦੇ ਵਿੱਚ ਇਹ ਜ਼ਰੂਰ ਬਿਠਾਉਣੀ ਹੈ ਕਿ ਇਹ ਕਵਿਤਾ ਨਹੀਂ, ਇਹ ਇੱਕ ਫਿਲਮ ਹੈ, ਇਹ ਇੱਕ ਸਟੋਰੀ ਹੈ ਜਿਹਦੇ ਵਿੱਚ ਜੋ ਬੀਤੇ ਹੋਏ ਪੰਜਾਬ ਦੀਆਂ ਗੱਲਾਂ ਨੂੰ ਆਧੁਨਿਕ ਪੰਜਾਬ ਨਾਲ ਮਿਲਾ ਕੇ ਕਵੀ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪੁਰਾਣੇ ਪੰਜਾਬ ਵਿੱਚ ਜਿਹੜੀਆਂ ਇਹ ਚੀਜ਼ਾਂ ਸੀ ਉਹ ਅੱਜ ਨਵੇਂ ਪੰਜਾਬ ਵਿੱਚ ਕਿੱਥੇ ਖੋ ਗਈਆਂ, ਸਾਡੀ ਨਵੀਂ ਪੀੜ੍ਹੀ ਨੇ ਉਹ ਕਿੱਥੇ ਗਵਾ ਦਿੱਤੀਆਂ। ਸੋ ਸਾਡੇ ਪੰਜਾਬੀ ਸੱਭਿਆਚਾਰ ਦੀ ਜੋ ਪੁਰਾਤਨ ਵਿਰਾਸਤ ਹੈ, ਉਹ ਸਾਡਾ ਸੱਭਿਅਕ ਜੀਵਨ ਜੀਣ ਦਾ ਜੋ ਪੁਰਾਣਾ ਢੰਗ ਸੀ, ਜੋ ਸਾਡਾ ਫਲਸਫਾ ਸੀ, ਅਸੀਂ ਉਹਨੂੰ ਕਿਤੇ ਨਾ ਕਿਤੇ ਨਵੇਂ ਜ਼ਮਾਨੇ ਦੀ ਦੌਰ ਵਿੱਚ ਚੱਲਣ ਦੇ ਚੱਕਰਾਂ ਵਿੱਚ ਵਿਸਾਰਦੇ ਜਾ ਰਹੇ ਹਾਂ ਅਤੇ ਲਗਭਗ ਵਿਸਾਰ ਵੀ ਚੁੱਕੇ ਹਾਂ। ਸੋ ਜਿੱਥੇ ਅੱਜ ਦਾ ਯੁੱਗ ਮਸ਼ੀਨੀ ਯੁੱਗ ਹੈ, ਇਸ ਯੁੱਗ ਤੋਂ ਪਹਿਲਾਂ ਦਾ ਜਿਹੜਾ ਯੁੱਗ ਸੀ ਜਿਹਨੂੰ ਅਸੀਂ ਮਸ਼ੀਨੀ ਨਹੀਂ ਰੂਹਾਨੀ ਯੁੱਗ ਕਹਾਂਗੇ, ਜਿੱਥੇ ਲੋਕ ਕਹਿੰਦੇ ਸੀਗੇ ਘਰ ਮਤਲਬ ਉਸ ਟਾਈਮ ਦੇ ਲੋਕਾਂ ਦੇ ਘਰ ਕੱਚੇ ਅਤੇ ਪਿਆਰ ਸੱਚੇ ਹੁੰਦੇ ਸੀ। ਪਿਆਰ ਤੋਂ ਭਾਵ ਕਿ ਮੁੰਡੇ ਕੁੜੀ ਦੇ ਪਿਆਰ ਦੀ ਗੱਲ ਨਹੀਂ, ਇੱਕ ਭੈਣ ਭਰਾ ਜੋ ਸਾਕ ਸੰਬੰਧ ਰਿਸ਼ਤੇਦਾਰੀਆਂ ਹੁੰਦੀਆਂ ਸੀ ਉਹ ਸਾਰੇ ਰਲ ਮਿਲ ਕੇ ਰਹਿੰਦੇ, ਤਾਏ ਚਾਚੇ ਈਵਨ ਕਿ ਸ਼ਰੀਕਾਂ ਨਾਲ ਵੀ ਪਿਆਰ ਹੁੰਦਾ, ਜੋ ਤੁਹਾਡੇ ਸ਼ਰੀਕੇ ਕਬੀਲੇ ਦੇ ਲੋਕ ਸੀ ਉਹਨਾਂ ਨਾਲ ਵੀ ਪਿਆਰ ਮੁਹੱਬਤ ਹੁੰਦੀ। ਕੁੜੀਆਂ ਦੇ ਲੋਕ ਗੀਤ ਹੁੰਦੇ, ਖਾਣ ਪੀਣ ਦੇ ਢੰਗ ਸਾਡੇ ਜਿਹੜੇ ਅਸੀਂ ਬਾਬੇ ਨਾਨਕ ਨੇ ਸਾਨੂੰ ਫਿਲੋਸਫੀ ਦਿੱਤੀ ਸੀ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਸ ਤਰ੍ਹਾਂ ਦੀ ਜੀਵਨ ਫਿਲੋਸਫੀ ਅਸੀਂ ਜਿਹੜੀ ਗਵਾ ਦਿੱਤੀ ਹੈ। ਸੋ ਜਿਹੜੇ ਪਹਿਲਾਂ ਦੇ ਵਪਾਰ ਸੀ ਉਹ ਇਹ ਹੁੰਦਾ ਸੀ ਕਿ ਆਪਣਾ ਰੋਟੀ ਪਾਣੀ ਤੋਰਨਾ, ਨਾ ਕਿ ਅੱਜ ਕੱਲ੍ਹ ਦੀਆਂ ਠੱਗੀਆਂ ਠੋਰੀਆਂ। ਕੁੜੀਆਂ ਦੇ ਜਿਹੜੀਆਂ ਸਿੱਠਣੀਆਂ, ਟੱਪੇ, ਢੋਲੇ, ਮਾਹੀਏ, ਸੁਹਾਗ ਉਹ ਕਿੱਥੇ ਗਵਾਚ ਗਏ ਨੇ, ਸਾਡਾ ਪਹਿਰਾਵਾ ਕਿੱਥੇ ਚਲਿਆ ਗਿਆ, ਸਾਡਾ ਖਾਨਦਾਨ ਕਿੱਥੇ ਚਲਿਆ ਗਿਆ, ਸਾਡੇ ਅੰਦਰ ਜਿਹੜੀ ਇਕੱਠੇ ਰਹਿਣ ਦੀ ਇੱਛਾ ਸੀ, ਅਸੀਂ ਇਕੱਠੇ ਰਹਿੰਦੇ ਸੀ, ਉਹ ਕਿੱਥੇ ਚਲੀ ਗਈ, ਸਾਡੇ ਪਿੱਪਲ ਬਰੋਟੇ ਹੁਣ ਕਿੱਥੇ ਚਲੇ ਗਏ, ਸਾਡੇ ਉਹ ਸਾਂਝੇ ਪਰਿਵਾਰ ਹੁਣ ਕਿੱਥੇ ਚਲੇ ਗਏ। ਸੋ ਇਸ ਕਵਿਤਾ ਨੂੰ ਬੇਟਾ ਥੋੜ੍ਹਾ ਵਿਸਤਾਰ ਪੂਰਵਕ ਇਹ ਕਵਿਤਾ ਇਹਨੂੰ ਮਤਲਬ ਕਈ ਬੱਚਿਆਂ ਨੇ ਜਦੋਂ ਆਪਣੀ ਪਾਠ ਪੁਸਤਕ ਵਿੱਚ ਇਹ ਕਵਿਤਾ ਵੇਖੀ ਹੋਏਗੀ ਅਤੇ ਮਨ ਦੇ ਵਿੱਚ ਇੱਕ ਸਵਾਲ ਆਇਆ ਹੋਏਗਾ ਕਿ ਇਹਨੂੰ ਛੱਡੋ ਜੀ ਵੱਡੀ ਕਵਿਤਾ। ਸੋ ਬੇਟਾ ਇਹ ਕਵਿਤਾ ਵੱਡੀ ਨਹੀਂ, ਇਹ ਸਿਰਫ ਦਿਮਾਗ ਦੇ ਵਿੱਚ ਇੱਕ ਫਿਲਮ ਬਿਠਾ ਲੈਣੀ ਹੈ। ਜਿਵੇਂ ਤੁਸੀਂ 3 ਘੰਟਿਆਂ ਦੀ ਮੂਵੀ ਨੂੰ ਯਾਦ ਰੱਖਦੇ ਹੋ ਕਿ ਉਹਦੇ ਵਿੱਚ ਪਹਿਲਾ ਸੀਨ ਇਹ ਹੁੰਦਾ, ਦੂਸਰੇ ਸੀਨ 'ਚ ਇਹ ਆਉਂਦਾ, ਇਸ ਕਵਿਤਾ ਦੇ 2-3 ਤੁਸੀਂ ਨੇ ਭਾਗ ਬਣਾ ਲੈਣੇ ਨੇ ਕਿ ਕਵਿਤਾ ਦੇ ਪਹਿਲੇ ਭਾਗ ਦੇ ਵਿੱਚ ਕਵੀ ਪੁਰਾਣੀ ਇਹ ਚੀਜ਼ ਦੀ ਗੱਲ, ਸਾਡੇ ਪੰਜਾਬ ਦੇ ਜਿਹੜੇ ਨਵੇਂ ਅੱਜ ਕੱਲ੍ਹ ਦੇ ਸੱਭਿਆਚਾਰ ਦੀ ਗੱਲ ਆ ਅਤੇ ਇਹਦੀ ਅਤੇ ਉਹਦੀ ਗੱਲ ਕੀਤੀ ਹੈ। ਫਿਰ 2 ਨੰਬਰ 'ਤੇ ਇਸ ਚੀਜ਼ ਦੀ ਅਤੇ ਉਸ ਚੀਜ਼ ਦੀ। ਜਦੋਂ ਬੇਟਾ ਅਸੀਂ 2 ਚੀਜ਼ਾਂ 'ਚ ਕੰਪੈਰੀਜ਼ਨ ਕਰਦੇ ਹਾਂ ਨਾ ਤਾਂ ਚੀਜ਼ ਬੜੇ ਈਜ਼ੀਲੀ ਯਾਦ ਰਹਿ ਜਾਂਦੀ ਹੈ ਕਿ ਅੱਜ ਜੋ ਅਸੀਂ ਕਰ ਰਹੇ ਹਾਂ ਪੁਰਾਤਨ ਕੀ ਸੀ, ਸਾਡਾ ਖਾਣਾ, ਪਹਿਰਾਵਾ, ਬੋਲੀ, ਸਾਡਾ ਸੱਭਿਆਚਾਰ, ਸਾਡਾ ਮਿਲਵਰਤਨ ਅੱਜ ਦਾ ਕੀ ਹੈ ਅਤੇ ਪੁਰਾਣਾ ਕੀ ਹੈ। ਜਦੋਂ ਇਸ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖ ਕੇ ਅਸੀਂ ਇਹ ਕਵਿਤਾ ਪੜ੍ਹਦੇ ਹਾਂ ਤਾਂ ਸਾਰੀ ਚੀਜ਼, ਸਾਰਾ ਕਨਸੈਪਟ ਤੁਹਾਡੇ ਦਿਮਾਗ 'ਚ ਕਲੀਅਰ ਹੁੰਦਾ ਜਾਊਗਾ। ਸੋ ਜਿਵੇਂ ਤੁਸੀਂ ਆਹ ਚੁੱਲ੍ਹੇ ਚੌਂਕੇ ਦੀ ਇੱਕ ਫੋਟੋ ਵੇਖ ਸਕਦੇ ਹੋ, ਜਿਵੇਂ ਪੁਰਾਣੇ ਘਰ ਹੁੰਦੇ ਸੀ, ਕੱਚੇ ਘਰ, ਕੱਚੀਆਂ ਰਸੋਈਆਂ, ਹਾਰੇ, ਚੁੱਲ੍ਹੇ ਚੌਂਕੇ, ਡੰਗਰ ਪਸ਼ੂ ਅਸੀਂ ਨੇ ਜੋ ਵੀ ਰੱਖਿਆ ਹੁੰਦਾ ਸੀ ਡੰਗਰ ਪਸ਼ੂ, ਉਹ ਮਤਲਬ ਉਹਦੀ ਮਤਲਬ ਜਿਵੇਂ ਘਰ ਦੇ ਮੈਂਬਰ ਹੁੰਦੇ ਸੀ ਉੱਦਾਂ ਉਹਨਾਂ ਦੀ ਜਿਹੜੀ ਸੇਵਾ ਹੁੰਦੀ ਸੀ, ਪਸ਼ੂਆਂ ਨੂੰ ਵੀ ਸਤਿਕਾਰਿਆ ਜਾਂਦਾ ਸੀ। ਸੋ ਕਿੰਨਾ ਮਤਲਬ ਵਧੀਆ ਮਾਹੌਲ ਹੁੰਦਾ ਸੀ ਘਰਾਂ ਦੇ ਵਿੱਚ ਇਕੱਠੇ ਰਹਿਣਾ, ਇੱਕੇ ਚੁੱਲ੍ਹੇ 'ਤੇ ਸਾਰੇ ਟੱਬਰ ਦੀ ਰੋਟੀ ਪੱਕਣੀ, ਇੱਕੇ ਛੱਤ ਦੇ ਥੱਲੇ ਸਾਰੇ ਪਰਿਵਾਰ ਨੇ ਰਹਿਣਾ। ਸੋ ਸਭ ਕੁਝ ਕਿੱਥੇ ਹਵਾ ਹੋ ਗਿਆ। ਇਹ ਬੇਟਾ ਤੁਹਾਡੀ ਕਵਿਤਾ, ਆਓ ਇਸ ਕਵਿਤਾ ਨੂੰ ਪੜ੍ਹਦੇ ਹਾਂ। ਇਸ ਕਵਿਤਾ ਦੇ ਵਿੱਚ ਬੇਟਾ ਮੈਂ ਆਪਣੇ ਵਿਚਾਰ ਘੱਟ ਦੇ ਕੇ ਜੋ ਇਸ ਕਵਿਤਾ ਦੀ ਵਿਆਖਿਆ ਉਹ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਥੋੜ੍ਹੀ ਲੰਮੀ ਕਵਿਤਾ ਹੈ। ਉਹ ਪੁਰਾਣਾ ਅਦਬ ਤੇ ਹਿਰਸ ਨਾ, ਉਹ ਪ੍ਰੀਤ ਦੀਆਂ ਪੀੜ੍ਹੀਆਂ ਗੰਢਾਂ, ਉਹ ਕੁੜੀਆਂ ਦੇ ਚਾਅ ਤ੍ਰਿੰਜਣ ਦੇ ਗਾਵਣ ਕਿੱਥੇ, ਉਹ ਸ਼ਰੀਕਾਂ ਦੀ ਅਦਬ ਵਾਲੀ ਗੱਲ ਸਾਰੀ ਗਈ ਆਈ, ਉਹ ਖਾਤਰਾਂ ਤੇ ਸੇਵਾਵਾਂ, ਕੁਰਬਾਨੀਆਂ ਤੇ ਜਰਨੇ, ਜਿਗਰੇ ਤੇ ਹੌਸਲੇ, ਉਹ ਰੋਟੀਆਂ ਤੇ ਮਹਿਫਲਾਂ, ਉਹ ਡੂੰਘੀ ਡੂੰਘੀ ਸ਼ਰਮਾਂ, ਸ਼ਰਾਫਤਾਂ ਉਹ ਕਿੱਥੇ।
ਹੁਣ ਬੇਟਾ ਇਸ ਕਵਿਤਾ ਦਾ ਪ੍ਰਸੰਗ ਜਿਵੇਂ ਆਪਾਂ ਪਹਿਲੀਆਂ ਕਵਿਤਾਵਾਂ ਦਾ ਪ੍ਰਸੰਗ ਪੜ੍ਹਿਆ ਬਿਲਕੁਲ ਉਸ ਦੇ ਤਰ੍ਹਾਂ ਹੀ ਲਿਖਣਾ। ਇਹ ਕਾਵਿ-ਬੰਧ ਪੁਸਤਕ ਲਾਜ਼ਮੀ ਪੰਜਾਬੀ ਵਾਰਾਂ ਵਿੱਚ ਸੰਗ੍ਰਹਿਤ ਪ੍ਰੋਫੈਸਰ ਪੂਰਨ ਸਿੰਘ ਦੀ ਲਿਖੀ ਹੋਈ ਕਵਿਤਾ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਵਿੱਚੋਂ ਲਿਆ ਗਿਆ ਹੈ। ਪ੍ਰੋਫੈਸਰ ਪੂਰਨ ਸਿੰਘ ਤੋਲ ਤੁਕਾਂਤ ਅਤੇ ਛੰਦ ਦੀ ਬੰਦਿਸ਼ ਨੂੰ ਠੁਕਰਾ ਕੇ ਸੈਲਾਨੀ ਛੰਦ ਦੀ ਵਰਤੋਂ ਕੀਤੀ। ਇਹਦੇ ਵਿੱਚ ਸੈਲਾਨੀ ਛੰਦ ਦੀ ਵਰਤੋਂ ਕੀਤੀ ਗਈ ਹੈ। ਆਪ ਨੇ ਪੰਜਾਬ ਦੀ ਧਰਤੀ ਅਤੇ ਪੰਜਾਬੀ ਸੱਭਿਆਚਾਰ ਦਾ ਬੜਾ ਸੁਚੱਜਾ ਚਿੱਤਰ ਪੇਸ਼ ਕੀਤਾ ਹੈ। ਬੀਤੇ ਸਮੇਂ ਨੂੰ ਸੁਨਹਿਰੀ ਸਮਾਂ ਦੱਸਦੇ ਹੋਏ ਅਤੇ ਨਵੇਂ ਜ਼ਮਾਨੇ ਦੀ ਰੌਸ਼ਨੀ ਆਪ ਨੂੰ ਚੰਗੀ ਨਹੀਂ ਲੱਗਦੀ, ਇਸ ਕਰਕੇ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦੇ ਹਨ। ਇਹ ਕਵਿਤਾ ਰੋਮਾਂਟਿਕ ਭਾਵਾਂ ਨਾਲ ਭਰਪੂਰ ਹੈ। ਇਸ ਵਿੱਚ ਪ੍ਰੋਫੈਸਰ ਸਾਹਿਬ ਨੇ ਪੁਰਾਣੇ ਪੰਜਾਬ ਦੇ ਲੋਕਾਂ ਦੇ ਪ੍ਰੇਮ ਪਿਆਰ, ਰਹਿਣ ਸਹਿਣ, ਰੁਚੀਆਂ ਅਤੇ ਸੱਭਿਆਚਾਰ ਨੂੰ ਆਵਾਜ਼ਾਂ ਮਾਰੀਆਂ ਹਨ ਅਤੇ ਪੰਜਾਬ ਦੇ ਵਾਤਾਵਰਨ ਜਾਂ ਵਰਤਮਾਨ ਲੋਕਾਂ ਦੇ ਚਰਿੱਤਰ ਅਤੇ ਰਹਿਣੀ ਬਹਿਣੀ ਤੋਂ ਅਸੰਤੁਸ਼ਟਤਾ ਪ੍ਰਗਟ ਕੀਤੀ ਹੈ ਕਿ ਉਹ ਅੱਜ ਦੇ ਸਮੇਂ ਨੂੰ ਲਾਈਕ ਨਹੀਂ ਕਰਦੇ। ਉਹ ਅੱਜ ਦੇ ਸਮੇਂ ਅਤੇ ਪੁਰਾਣੇ ਸਮੇਂ ਨਾਲ ਤੁਲਨਾ ਕਰਕੇ ਬੇਟਾ ਇਸ ਕਵਿਤਾ ਦੇ ਵਿੱਚ ਜੋ ਲਾਈਨਾਂ ਲਿਖੀਆਂ ਨੇ ਉਸ ਰਾਹੀਂ ਉਹ ਆਪਣੇ ਭਾਵਾਂ ਨੂੰ ਪ੍ਰਗਟ ਕਰਦੇ ਹਨ। ਹੁਣ ਆਪਾਂ ਸਾਰੇ ਪੈਰਿਆਂ ਦੀ ਵਿਆਖਿਆ ਪੜ੍ਹਾਂਗੇ। ਵਿਆਖਿਆ ਹੈ, ਕਵੀ ਕਹਿੰਦਾ ਹੈ ਕਿ ਵਰਤਮਾਨ ਪੰਜਾਬੀ ਜੀਵਨ ਵਿੱਚ ਪੁਰਾਤਨ ਪੰਜਾਬੀਆਂ ਵਾਲਾ ਇੱਕ ਦੂਜੇ ਲਈ ਮੋਹ ਪਿਆਰ ਅਤੇ ਸਤਿਕਾਰ ਨਹੀਂ ਰਹਿ ਗਿਆ। ਅੱਜ ਦੇ ਲੋਕਾਂ ਵਿੱਚ ਪੁਰਾਣੇ ਲੋਕਾਂ ਵਾਂਗ ਪਿਆਰ ਦੀਆਂ ਪੱਕੀਆਂ ਗੰਢਾਂ ਨਹੀਂ। ਵਰਤਮਾਨ ਪੰਜਾਬੀ ਜੀਵਨ ਵਿੱਚ ਕੁੜੀਆਂ ਦੇ ਚਾਅ ਅਤੇ ਗਾਉਣ ਵੀ ਨਹੀਂ ਰਹੇ। ਅੱਜ ਕੱਲ੍ਹ ਇਸ ਵਿੱਚ ਸ਼ਰੀਕਾਂ ਦਾ ਸਤਿਕਾਰ ਕਰਨ ਵਾਲੀ ਗੱਲ ਵੀ ਬਿਲਕੁਲ ਖਤਮ ਹੋ ਚੁੱਕੀ ਹੈ। ਅੱਜ ਦੇ ਪੰਜਾਬੀ ਜੀਵਨ ਵਿੱਚ ਪ੍ਰਾਹੁਣਚਾਰੀਆਂ ਦੀ ਖਾਤਰ ਅਤੇ ਸੇਵਾ, ਪ੍ਰਾਹੁਣਿਆਂ ਦੀ, ਜਿਵੇਂ ਕੋਈ ਘਰ ਦੇ ਵਿੱਚ ਸਾਡੇ ਪ੍ਰਾਹੁਣੇ ਆਉਂਦੇ ਨੇ, ਖਾਤਰ ਅਤੇ ਸੇਵਾ, ਸਹਿਣ ਸ਼ਕਤੀ, ਜਿਗਰੇ, ਹੌਸਲੇ, ਰੱਜ ਰੱਜ ਕੇ ਰੋਟੀਆਂ ਖਾਣ ਵਾਲੇ, ਮਹਿਫਲਾਂ ਲਾਉਣ ਵਾਲੇ ਅਤੇ ਡੂੰਘੀਆਂ ਸ਼ਰਮਾਂ ਅਤੇ ਸ਼ਰਾਫਤਾਂ ਦੇ ਮਾਲਕ ਲੋਕ ਨਹੀਂ ਰਹੇ। ਹੁਣ ਕਵੀ ਬੇਟਾ ਇੱਥੇ ਇੱਕ ਪੜ੍ਹੇ ਲਿਖੇ ਨੌਜਵਾਨ ਨਾਲ ਗੱਲਾਂ ਕਰਦਾ ਹੋਇਆ ਸਾਰੀ ਕਵਿਤਾ ਨੂੰ ਅੱਗੇ ਤੋਰਦਾ ਹੈ। ਇਸ ਕਵਿਤਾ ਦੇ ਵਿੱਚ ਕਵੀ ਜੋ ਵੀ ਸਵਾਲ ਕਰਦਾ, ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਸਵਾਲ ਕਰਦਾ ਕਿ ਭਾਈ ਤੁਹਾਡੀ ਨਵੀਂ ਪੀੜ੍ਹੀ 'ਚ ਆਹ ਚੀਜ਼ਾਂ ਆ ਗਈਆਂ, ਉਹ ਕਿੱਥੇ ਗਈਆਂ। ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਕਿ ਕਵੀ ਇੱਕ ਪੜ੍ਹੇ ਲਿਖੇ ਨੌਜਵਾਨ ਨਾਲ ਗੱਲਾਂ ਕਰਦਾ ਹੋਇਆ ਕਵਿਤਾ ਦੇ ਵਿੱਚ ਪੁਰਾਣੇ ਸੱਭਿਆਚਾਰ ਦੀ ਤਾਰੀਫ ਕਰਦਾ ਅਤੇ ਨਵੇਂ ਦੇ ਵਿੱਚ ਉਹ ਚੀਜ਼ਾਂ ਪੁੱਛਦਾ ਕਿ ਇਹ ਚੀਜ਼ਾਂ ਹੁਣ ਕਿੱਥੇ ਨੇ। ਇੱਕ ਪੜ੍ਹੇ ਨੌਜਵਾਨ ਨੂੰ ਮੈਂ ਪੁੱਛਿਆ, ਇੱਥੋਂ ਇਹ ਕਵਿਤਾ ਅਸਲ 'ਚ ਸ਼ੁਰੂ ਹੁੰਦੀ ਹੈ। ਉਹ ਸਾਡੇ ਅਨਪੜ੍ਹਾਂ ਦਾ ਪੁਰਾਣਾ ਗਠੀਲਾ ਅਣਟੁੱਟ ਜਿਹਾ ਭਾਈਚਾਰਾ ਕਿੱਥੇ, ਵੀ ਉਹ ਕਿੱਥੇ ਗਿਆ। ਹਿੱਤ ਕਿੱਥੇ, ਪਿਆਰ ਕਿੱਥੇ, ਉਹ ਸਾਡਾ ਹੱਸ ਬੋਲਣਾ ਗੁਆਚ ਗਿਆ ਕਿੱਥੇ। ਦਿਲ ਜੋਰ ਮਿੱਠਤ ਕਿੱਥੇ, ਉਹ ਬਾਹਾਂ ਦਾ ਮਾਣ ਜ਼ੋਰ ਸਾਰਾ। ਹੁਣ ਇਸ ਦੇ ਵਿੱਚ ਕਵੀ ਵਿਆਖਿਆ ਦੇ ਵਿੱਚ ਕੀ ਲਿਖਦਾ ਹੈ। ਕਵੀ ਕਹਿੰਦਾ ਹੈ ਕਿ ਮੈਂ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਪੁੱਛਿਆ ਕਿ ਸਾਡਾ ਅਨਪੜ੍ਹਾਂ ਦਾ ਪੁਰਾਣਾ ਪੱਕਾ ਅਤੇ ਅਟੁੱਟ ਭਾਈਚਾਰਾ ਕਿੱਥੇ ਚਲਾ ਗਿਆ ਹੈ। ਸਾਡਾ ਆਪਸੀ ਪਿਆਰ, ਹਿੱਤ ਅਤੇ ਹੱਸ ਬੋਲਣਾ ਕਿੱਥੇ ਅਲੋਪ ਹੋ ਗਿਆ ਹੈ। ਸਾਡਾ ਦਿਲ ਜੋ ਮਿਠਾਸ, ਮਿੱਠਤ ਅਤੇ ਬਾਹਾਂ ਦਾ ਮਾਣ ਭਰਿਆ ਜ਼ੋਰ ਕਿੱਥੇ ਚਲਾ ਗਿਆ ਹੈ। ਅੱਜ ਦੇ ਪੰਜਾਬ ਵਿੱਚੋਂ ਪੁਰਾਣੇ ਪੰਜਾਬ ਦੀਆਂ ਇਹ ਚੀਜ਼ਾਂ ਕਿਧਰੇ ਲੋਪ ਹੋ ਗਈਆਂ ਹਨ। ਇਹ ਦੇਖ ਕੇ ਕਵੀ ਦਾ ਮਨ ਦੁੱਖ ਨਾਲ ਭਰ ਜਾਂਦਾ ਹੈ। ਅਗਲਾ ਪੈਰਾ ਕਵੀ ਕੀ ਸਵਾਲ ਕਰਦਾ ਹੈ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ। ਸੱਸ ਦੇ ਉਹ ਸਮੁੰਦਰਾਂ ਵਰਗੇ ਦਿਲ ਕਿੱਥੇ, ਨੂੰਹਾਂ ਧੀਆਂ ਦੀ ਉਹ ਲਿਹਾਜ਼ ਦੀ ਸੱਭਿਅਤਾ, ਜਵਾਈਆਂ ਦੀ ਪੁਰਾਣੀ ਮੋਤੀਆਂ ਵਰਗੀ ਆਬ ਕਿੱਥੇ, ਸੱਜ ਵਿਆਹੀਆਂ ਦਾ ਉਹ ਆਦਰ, ਭਾ, ਸ਼ਿੰਗਾਰ ਅਤੇ ਸੰਭਾਰ ਕਿੱਥੇ, ਲਾਡਾਂ ਅਤੇ ਮੁਰਾਦਾਂ, ਸਾਲੂ ਕਿੱਥੇ, ਬਾਗ ਅਤੇ ਫੁਲਕਾਰੀਆਂ, ਉਹ ਮਹਿੰਦੀ ਦਾ ਰੰਗ, ਸੁਹਾਗ ਦਾ ਉਹ ਹੱਥ ਪੈਰ ਰੰਗੇ, ਉਹ ਤਿੱਲੇਦਾਰ ਜੁੱਤੀਆਂ। ਹੁਣ ਇਹ ਪੁੱਛਦਾ ਕਵੀ ਵੀ ਕਿ ਉਹ ਕਿੱਥੇ ਨੇ, ਦੱਸ ਭਾਈ। ਕਵੀ ਕਹਿੰਦਾ ਹੈ ਕਿ ਮੈਂ ਇੱਕ ਪੜ੍ਹੇ ਲਿਖੇ ਪੰਜਾਬੀ ਨੌਜਵਾਨ ਨੂੰ ਪੁੱਛਿਆ ਕਿ ਅੱਜ ਦੇ ਪੰਜਾਬ ਵਿੱਚੋਂ ਸੱਸਾਂ ਦੇ ਸਮੁੰਦਰਾਂ ਵਰਗੇ ਵਿਸ਼ਾਲ ਦਿਲ ਕਿੱਥੇ ਅਲੋਪ ਹੋ ਗਏ ਹਨ। ਉਹ ਸੱਭਿਅਤਾ ਜਿਸ ਵਿੱਚ ਨੂੰਹਾਂ ਧੀਆਂ ਦਾ ਸਤਿਕਾਰ ਕੀਤਾ ਜਾਂਦਾ ਸੀ ਕਿੱਥੇ ਗੁਆਚ ਗਈ। ਪੰਜਾਬ ਵਿੱਚੋਂ ਜਵਾਈਆਂ ਦਾ ਪੁਰਾਣਾ
ਆਦਰ ਸਤਿਕਾਰ ਕਿੱਥੇ ਛਿਪ ਗਿਆ ਹੈ। ਪੰਜਾਬ ਵਿੱਚੋਂ ਸੱਜ ਵਿਆਹੀਆਂ ਕੁੜੀਆਂ ਲਈ ਆਦਰ, ਪਿਆਰ, ਲਾਡ ਤੇ ਉਹਨਾਂ ਦਾ ਸ਼ਿੰਗਾਰ ਤੇ ਮੁਰਾਦਾਂ ਕਿੱਥੇ ਲੋਪ ਹੋ ਗਈਆਂ ਹਨ। ਅੱਜ ਦੇ ਪੰਜਾਬ ਵਿੱਚ ਇਹ ਚੀਜ਼ਾਂ ਕਿਧਰੇ ਵੀ ਦਿਖਾਈ ਨਹੀਂ ਦਿੰਦੀਆਂ। ਅੱਜ ਸੱਜ ਵਿਆਹੀਆਂ ਦੇ ਸਾਲੂ, ਬਾਗ, ਫੁਲਕਾਰੀਆਂ, ਸੁਹਾਗ ਦੀ ਮਹਿੰਦੀ ਨਾਲ ਰੰਗੇ ਹੱਥ ਪੈਰ ਤੇ ਤਿੱਲੇਦਾਰ ਜੁੱਤੀਆਂ ਵੀ ਕਿਧਰੇ ਵਿਖਾਈ ਨਹੀਂ ਦਿੰਦੀਆਂ। ਇਹ ਸੁੰਦਰ ਤੇ ਮਨਮੋਹਣੀਆਂ ਚੀਜ਼ਾਂ ਕਿਧਰੇ ਲੋਪ ਹੋ ਗਈਆਂ ਹਨ। ਅਗਲੇ ਸਵਾਲ ਜਵਾਬ ਵਿੱਚ ਕਵੀ ਕੀ ਲਿਖਦਾ ਹੈ। ਭਰਾਵਾਂ, ਇਹ ਪੁਰਾਣੀ ਬੁੱਢੀ ਜਿਹੀ ਸਾਡੀ ਸੱਭਿਅਤਾ, ਦਰਿਆਵਾਂ ਝਨਾਵਾਂ ਦੇ ਫੇਰ ਵਾਲੀ, ਦੂਰੋਂ ਆਈ ਦੂਰ ਜਾਂਦੀ। ਬਿਰਾਦਰੀਆਂ ਮਿਲ ਮਿਲ ਜੀਣਾ ਕਿੱਥੇ, ਉਹ ਸਦੀਆਂ ਦੀ ਬੋੜ ਕਿਸ ਵੱਡੀ। ਉਹ ਪੁਰਾਣਾ ਪਿੱਪਲ ਕਿੱਥੇ ਉੱਡ ਗਿਆ, ਹਵਾ ਆਈ ਝੱਖੜ ਆਇਆ ਉਹ ਕਿਸ ਗੇਰਿਆ। ਉਹ ਜੰਗਲ ਜ਼ਰੂਰ ਸੀ ਪੁਰਾਣਾ ਦਦ ਕੰਡਿਆ ਗੰਭੀਰ ਸੀ। ਉਹ ਜੰਗਲ ਜ਼ਰੂਰ ਸੀ ਪੁਰਾਣਾ ਦਦ ਕੱਢਿਆ ਗੰਭੀਰ ਸੀ। ਮੰਨਿਆ ਭਾਂਤ ਭਾਂਤ ਬੋਲੀਆਂ ਤੇ ਖਿਆਲ ਸੀ, ਅਸੀਂ ਅਣਜਾਣ ਸੀ। ਇੱਕੋ ਜਿਹੇ ਸਿੱਧੇ ਸਾਦੇ ਕੰਮ ਕਰਨ ਵਾਲੇ ਹੱਡ ਸੀ ਤੇ ਇੱਕ ਅੱਧ ਖਿਆਲ ਕੋਈ ਸੁਣਿਆ ਮੰਨਿਆ ਅਸਾਂ ਲਈ ਬਸ ਸੀ। ਉਸੇ ਵਿੱਚ ਬਹਿੰਦੇ ਉੱਠਦੇ ਜੀਂਦੇ ਜਾਗਦੇ, ਉਹ ਇੱਕ ਖਿਆਲ ਸਾਡੀ ਜਿੰਦ ਜਾਨ ਸੀ। ਹੁਣ ਕਵੀ ਇੱਥੇ ਹੋਰ ਸਵਾਲ ਕਰਦਾ, ਦੇਖੋ ਕੀ ਪੁੱਛਦਾ ਹੈ ਕਵੀ ਨੇ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਪੁੱਛਿਆ ਕਿ ਪੰਜਾਬ ਦੀ ਉਹ ਸੱਭਿਅਤਾ ਕਿੱਥੇ ਗੁਆਚ ਗਈ ਹੈ ਜੋ ਪੁਰਾਣੀ ਤੇ ਅੱਗੇ ਦੂਰ ਤੱਕ ਜਾਂਦੀ ਸੀ। ਅੱਜ ਦੇ ਪੰਜਾਬੀ ਜੀਵਨ ਵਿੱਚ ਬਿਰਾਦਰੀਆਂ ਕਿਧਰੇ ਵੀ ਮਿਲ ਕੇ ਨਹੀਂ ਬੈਠਦੀਆਂ। ਹੁਣ ਬੇਟਾ ਬਰਾਦਰੀ, ਜਿਵੇਂ ਹੁਣ ਅਸੀਂ ਕਾਸਟ ਬੋਲਦੇ ਹਾਂ ਨਾ ਕਿ ਚੂੜਾ ਹੈ, ਚੁਮਿਆਰ ਹੈ, ਬਾਜੀਗਰ ਹੈ, ਇਹ ਘੁਮਿਆਰ ਆ, ਪਹਿਲਾਂ ਇਹਨੂੰ ਬਰਾਦਰੀ ਬੋਲਿਆ ਜਾਂਦਾ ਸੀ ਵੀ ਇਹ ਨਾ ਜੀ ਘੁਮਿਆਰ ਬਰਾਦਰੀ 'ਚੋਂ ਆ। ਇਹ ਇੱਦਾਂ ਮਤਲਬ ਸਤਿਕਾਰ ਨਾਲ ਬੁਲਾਇਆ ਜਾਂਦਾ ਸੀ ਤੇ ਇਕੱਠੇ ਬੈਠਦੇ ਸੀ। ਬੈਠਦੀਆਂ ਜਦ ਇਹ ਗੱਲ ਪੁਰਾਣੀ ਸੱਭਿਅਤਾ ਦਾ ਪ੍ਰਧਾਨ ਅੰਗ ਸੀ ਕਿ ਸਾਰੇ ਇਕੱਠੇ ਹੋ ਕੇ ਬੈਠਦੇ ਸੀ, ਇਹ ਪਿਆਰ ਸੀ ਸਾਰਿਆਂ ਵਿੱਚ। ਬਟ ਅੱਜ ਕੱਲ੍ਹ ਨਹੀਂ, ਅੱਜ ਕੱਲ੍ਹ ਅਸੀਂ ਵਿਹੜੇ ਬੂੜੇ ਵਾਲਾ ਸ਼ਬਦ ਵਰਤਣ ਲੱਗ ਗਏ ਇਹਨਾਂ ਲੋਕਾਂ ਲਈ। ਉਸ ਪੁਰਾਣੀ ਸੱਭਿਅਤਾ ਰੂਪੀ ਬੋੜ ਨੂੰ ਕਿਸ ਨੇ ਵੱਢਿਆ। ਇਹ ਚੀਜ਼ਾਂ ਜਿਹੜੀਆਂ ਸਾਡੇ ਦਿਮਾਗ ਦੇ ਵਿੱਚ ਆ ਗਈਆਂ, ਕਹਿੰਦੇ ਦੱਸੋ ਸਾਡੇ ਬੱਚੇ ਅੱਗੇ ਕਹਿੰਦੇ ਨੇ ਵੀ ਅਸੀਂ ਉਹ ਮਤਲਬ ਨਾ ਸਾਡੇ ਘਰੇ ਕੰਮ ਕਰਨ ਵਾਲੀ ਨੂੰ ਅਸੀਂ ਸੋਚਦੇ ਹਾਂ ਕਿ ਇਹਨੂੰ ਸਤਿ ਸ੍ਰੀ ਅਕਾਲ ਨਹੀਂ ਕਹਿਣਾ ਕਿਉਂਕਿ ਤਾਂ ਸਾਡੀ ਕੰਮ ਵਾਲੀ ਆ। ਇਹ ਚੀਜ਼ਾਂ ਸਾਡੇ ਦਿਮਾਗ 'ਚ ਕਿਹਨੇ ਭਰਤੀਆਂ। ਅਤੇ ਹੁਣ ਅਸੀਂ ਪਿੰਡ ਦੇ ਪਹਿਲਾਂ ਇਸ ਬੰਨੇ ਉਸ ਬੰਨੇ ਬੋਲਦੇ ਸੀ ਅਤੇ ਹੁਣ ਅਸੀਂ ਬੋਲਦੇ ਹਾਂ ਅਸੀਂ ਵਿਹੜੇ 'ਚ ਖੜ੍ਹੇ ਹਾਂ, ਮਤਲਬ ਕਿ ਚੂੜੇ ਚੁਮਿਆਰਾਂ ਦੇ ਵਿੱਚ। ਸੋ ਬੇਟਾ ਮੈਂ ਇਹ ਸ਼ਬਦ ਬੋਲਣ ਲੱਗਿਆ ਬੜਾ ਮਹਿਸੂਸ ਕਰਦਾ ਕਿ ਅੱਜ ਕੱਲ੍ਹ ਦਾ ਜਿਹੜਾ ਸਮਾਜ ਹੈ ਇੱਦਾਂ ਦੀ ਹੋ ਗਿਆ ਕਿ ਅਸੀਂ ਇੱਦਾਂ ਬੋਲਦੇ ਹਾਂ। ਇਹ ਤਾਂ ਤੁਹਾਨੂੰ ਦੱਸ ਰਿਹਾ। ਸੋ ਇਹ ਬਹੁਤ ਵੱਡੀ ਸਾਡੀ ਮਾਨਸਿਕ ਗਿਰਾਵਟ ਆ ਕਿ ਅਸੀਂ ਇਨਸਾਨੀਅਤ ਭੁੱਲ ਕੇ ਇਹ ਜਾਤਾਂ ਮਜ਼ਹਬਾਂ ਦੇ ਵਿੱਚ ਪੈ ਗਏ ਹਾਂ। ਇਹ ਹੁਣ ਕਵੀ ਕਹਿੰਦਾ ਕਿ ਇਹ ਕਿੱਥੋਂ ਆ ਗਈਆਂ ਜਾਤਾਂ ਮਜ਼ਹਬਾਂ, ਇਹ ਕਿੱਥੋਂ ਆ ਗਏ ਸਾਡੇ ਮਨ ਦੇ ਵਿੱਚ ਸਾਡੇ ਇਹ ਖਿਆਲ। ਉਹ ਸੱਭਿਅਤਾ ਦਾ ਪੁਰਾਣਾ ਪਿੱਪਲ ਕਿੱਥੇ ਉੱਡ ਪੁੱਡ ਗਿਆ ਹੈ ਕਿ ਉਸ ਨੂੰ ਕਿਸੇ ਹਨੇਰੀ ਝੱਖੜ ਨੇ ਡਿੱਗਿਆ ਹੈ ਜਾਂ ਕਿਸੇ ਹੋਰ ਚੀਜ਼ ਨੇ। ਇਹ ਚੀਜ਼ ਹੁਣ ਸਵਾਲ ਕਰਦਾ ਕਵੀ ਵੀ ਇਹ ਚੀਜ਼ ਭਾਈ ਕਿੱਥੋਂ ਆਈ। ਵੇਖਣ ਨੂੰ ਉਹ ਜ਼ਰੂਰ ਇੱਕ ਜੰਗਲ ਵਾਂਗ ਸੀ, ਮਤਲਬ ਜਿੱਥੇ ਸਾਰੇ ਲੋਕ ਇਕੱਠੇ ਰਹਿੰਦੇ ਸੀ, ਪਰ ਉਹ ਜਾਂ ਉਸ ਵਿੱਚ ਗੰਭੀਰਤਾ ਅਤੇ ਭਿਆਨਕਤਾ ਸੀ। ਮੈਂ ਇਹ ਗੱਲ ਮੰਨਦਾ ਹਾਂ ਕਿ ਉਸ ਵਿੱਚ ਲੋਕ ਆਪੋ ਆਪਣੀ ਬੋਲੀ ਬੋਲਦੇ ਸਨ ਅਤੇ ਆਪੋ ਆਪਣੇ ਖਿਆਲ ਰੱਖਦੇ ਸਨ। ਭਾਵੇਂ ਅਸੀਂ ਅਣਜਾਣ ਜਿਹੇ ਸਾਂ ਪਰ ਅਸੀਂ ਸਾਰੇ ਇੱਕੋ ਜਿਹੇ ਸਿੱਧੇ ਸਾਦੇ ਕਿ ਹੱਡ ਭੰਨ ਕਿ ਮਿਹਨਤ ਕਰਨ ਵਾਲੇ ਬੰਦੇ ਸਾਂ। ਅਸੀਂ ਕੋਈ ਇੱਕ ਅੱਧ ਖਿਆਲ ਨੂੰ ਸੁਣ ਕੇ ਉਸ ਨੂੰ ਮੰਨਣਾ ਹੀ ਕਾਫੀ ਸਮਝਦੇ ਸਾਂ। ਅਸੀਂ ਉਸੇ ਖਿਆਲ ਦੇ ਅਨੁਸਾਰ ਹੀ ਉੱਠਦੇ ਬੈਠਦੇ ਅਤੇ ਜਿਉਂਦੀ ਜਾਗਦੀ ਜਾਂ ਜਾਗਦੇ ਆਪਣਾ ਜੀਵਨ ਗੁਜ਼ਾਰਦੇ ਸਾਂ। ਉਹ ਇੱਕੋ ਹੀ ਖਿਆਲ ਸਾਡੀ ਜਿੰਦ ਜਾਨ ਹੁੰਦਾ ਸੀ। ਇਸ ਪ੍ਰਕਾਰ ਸਾਡੀ ਜ਼ਿੰਦਗੀ ਕੋਈ ਬਹੁਤੀ ਗੁੰਝਲਦਾਰ ਨਹੀਂ ਸੀ। ਸੋ ਅਗਲਾ ਸਵਾਲ ਕਵੀ ਕੀ ਕਰਦਾ ਹੈ। ਵਪਾਰ ਅਸੀਂ ਕਰਦੇ ਸੀ ਸੁੱਚਾ ਸੁਥਰਾ, ਜਿਹੜਾ ਅੱਜ ਕੱਲ੍ਹ ਅਸੀਂ ਬਿਜ਼ਨਸ ਬੋਲਦੇ ਹਾਂ ਜਿਹਨੂੰ। ਕਾਹਲੀ ਵਿੱਚ ਅਮੀਰ ਹੋਣ ਨੂੰ ਨਿੰਦਦੇ, ਇੱਕ ਰੱਬੀ ਜੋੜ ਮੇਲ ਜਾਣ ਕੁੱਲ ਦੁਨੀਆ ਦੀ ਸੇਵਾ ਕਰਦੇ। ਇਹ ਚਾਂਦੀ ਦੀਆਂ ਠੀਕਰਾਂ
ਕਦੀ ਨਾ ਸਾਡਾ ਰੱਬ ਸੀ। ਵਲਾਇਤਾਂ ਜਾਂਦੇ ਕਾਬਲ ਕੰਧਾਰ ਬੁਖਾਰੇ, ਸਾਫਰ ਝਾਗਦੇ ਜਾਫਰ ਜਾਲਦੇ, ਸਾਫਰ ਸਾਡਾ ਦਿਨ ਰਾਤ ਸੀ। ਸੋਹਣੇ ਉਨਰਾਂ ਦੇ ਕੰਮ ਬਣੇ ਦੇਸ ਆਪਣੇ ਨੂੰ ਆਉਣ ਦੇ, ਪਹਿਨਣ ਵਾਲਿਆਂ ਦੇ ਬਣਾਉਣ ਵਾਲਿਆਂ ਦੋਹਾਂ ਦੇ ਸ਼ਗਨ ਮਨਾਉਂਦੇ। ਦੋਵੇਂ ਧਿਰਾਂ ਜੀਣ ਵਧਣ ਤੇ ਥੀਣ, ਅਸੀਂ ਰੋਟੀਆਂ ਪਏ ਖਾਂਦੇ, ਲੱਦੇ ਜਾਂਦੇ ਲੱਦੇ ਆਉਂਦੇ। ਇਹ ਕਿਹਾ ਸੋਹਣਾ ਉਹ ਵਪਾਰ ਸੀ। ਹੁਣ ਕਵੀ ਵਪਾਰ ਬਾਰੇ ਨੌਜਵਾਨ ਨਾਲ ਕੀ ਗੱਲ ਕਰਦਾ ਹੈ? ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੋਇਆ ਕਵੀ ਅੱਜ ਕੱਲ੍ਹ ਦੇ ਪੰਜਾਬੀ ਨੌਜਵਾਨ ਨੂੰ ਕਹਿੰਦਾ ਹੈ ਕਿ ਸਾਡੀ ਅਨਪੜ੍ਹਾਂ ਦੀ ਸੱਭਿਅਤਾ ਵਰਤਮਾਨ ਪੰਜਾਬੀ ਸੱਭਿਅਤਾ ਨਾਲੋਂ ਕਿਤੇ ਉਚੇਰੀ ਸੀ। ਅਸੀਂ ਸੁੱਚਾ ਤੇ ਸੁਥਰਾ ਵਪਾਰ ਕਰਦੇ ਸਾਂ ਅਤੇ ਵਰਤਮਾਨ ਲੋਕਾਂ ਵਾਂਗ ਪੈਸੇ ਕਮਾਉਣ ਦੀ ਖਾਤਰ ਧੋਖਾ ਤੇ ਫਰੇਬ ਨਹੀਂ ਸਾਂ ਕਰਦੇ। ਅਸੀਂ ਕਾਹਲੀ ਵਿੱਚ ਅਮੀਰ ਖੂਨ ਦੀ ਨਿੰਦਿਆ ਕਰਦੇ ਸਾਂ। ਖੂਨ ਬੇਟਾ ਇੱਥੇ ਗਲਤ ਲਿਖਿਆ ਗਿਆ, ਅਮੀਰ ਹੋਣ ਦੀ ਨਿੰਦਿਆ ਕਰਦੇ ਸੀ। ਜਿਹੜੇ ਬੰਦੇ ਕਹਿੰਦੇ ਸੀ ਮੈਂ ਰਾਤੋਂ ਰਾਤ ਅਮੀਰ ਹੋਣਾ, ਕਹਿੰਦੇ ਅਸੀਂ ਇਸ ਚੀਜ਼ ਦੀ ਨਿੰਦਿਆ ਕਰਦੇ ਸੀ। ਖੂਨ ਨੂੰ ਵੀ ਇਹ ਮੰਨ ਲਓ ਵੀ ਕੋਈ ਬੰਦਾ ਰਾਤੋਂ ਰਾਤ ਜੋ ਲੋਕਾਂ ਦੇ ਢਿੱਡ ਵੱਢ ਕੇ ਲੋਕਾਂ ਨਾਲ ਠੱਗੀਆਂ ਕਰਕੇ ਆਪਣਾ ਪੈਸਾ ਕਮਾਉਂਦਾ, ਵੀ ਅਸੀਂ ਐਸੇ ਖੂਨ ਵਾਲੇ ਲੋਕ ਦੀ ਨਿੰਦਿਆ ਕਰਦੇ ਸੀ ਜਿਹੜਾ ਬੰਦਾ ਇੱਦਾਂ ਦੇ ਕੰਮ ਕਰਦਾ ਸੀ। ਅਸੀਂ ਸੰਸਾਰ ਨਾਲ ਆਪਣੇ ਸੰਬੰਧ ਨੂੰ ਇੱਕ ਰੱਬੀ ਜੋੜ ਮੇਲਾ ਸਮਝ ਕੇ ਸਾਰੀ ਦੁਨੀਆ ਦੀ ਸੇਵਾ ਕਰਦੇ ਸਾਂ। ਇੱਕ ਓਅੰਕਾਰ, ਵੀ ਇੱਕੋ ਰੱਬ ਦੇ ਬਣਾਏ ਹੋਏ ਲੋਕ ਨੇ, ਕਿਸੇ ਨਾਲ ਕੀ ਅਸੀਂ ਦਗਾ ਕਮਾਉਣਾ। ਜਿਵੇਂ ਅਸੀਂ ਕਾਬਲ ਕੰਧਾਰ ਕਹਿੰਦੇ ਵਪਾਰ ਕਰਨ ਜਾਂਦੇ, ਸਾਰਿਆਂ ਨੂੰ ਆਪਣੇ ਵਰਗੇ ਸਮਝ ਕੇ ਵਪਾਰ ਕਰਦੇ ਸੀ। ਅਸੀਂ ਵਰਤਮਾਨ ਲੋਕਾਂ ਵਾਂਗ ਚਾਂਦੀ ਦੀਆਂ ਠੀਕਰਾਂ ਅਰਥਾਤ ਰੁਪਈਆਂ ਨੂੰ ਕਦੇ ਵੀ ਆਪਣਾ ਰੱਬ ਨਹੀਂ ਸੀ ਮੰਨਿਆ। ਅਸੀਂ ਕਮਾਈ ਕਰਨ ਲਈ ਕਾਬਲ ਕੰਧਾਰ ਤੇ ਬੁਖਾਰੇ, ਇਹ ਬੇਟਾ ਮਤਲਬ ਉਹਨਾਂ ਦਿਨਾਂ ਦੇ ਵਿੱਚ ਦੇਸ਼ ਮੁਲਕ ਸਮਝੇ ਜਾਂਦੇ ਸੀ, ਨੂੰ ਰਾਤ ਦਿਨ ਸਫ਼ਰ ਕਰਦੇ ਹੋਏ ਦੁੱਖਾਂ ਦਾ ਮੁਕਾਬਲਾ ਕਰਦੇ ਹੋਏ ਜਾਂਦੇ। ਉਸ ਟਾਈਮ ਬੇਟਾ ਬੋਤੇ ਜਾਂ ਇਹਨਾਂ ਕੋਲੇ ਬਲਦ ਗੱਡੀਆਂ ਜਾਂ ਜਿਹੜੀਆਂ ਘੋੜੀਆਂ ਹੁੰਦੀਆਂ ਸੀ ਜਾਂ ਪੈਦਲ ਜਾਂਦੇ ਸੀਗੇ ਵਪਾਰੀ। ਉੱਥੇ ਸੋਹਣੀ ਕਲਾਕਾਰੀ ਨਾਲ ਬਣੀਆਂ ਚੀਜ਼ਾਂ ਜਿਹੜੀਆਂ ਜਿੱਥੇ ਵੀ ਇਹ ਜਾਂਦੇ ਸੀ ਆ ਕਾਬਲ ਕੰਧਾਰ, ਉੱਥੇ ਸੋਹਣੀਆਂ ਬਣੀਆਂ ਹੋਈਆਂ ਚੀਜ਼ਾਂ ਨੂੰ ਆਪਣੇ ਦੇਸ਼ ਵਿੱਚ ਲਿਆਉਂਦੇ ਸਾਂ। ਆਪਣੇ ਲਿਆਂਦੇ ਕੱਪੜਿਆਂ ਨੂੰ ਪਹਿਨਣ ਵਾਲਿਆਂ ਤੇ ਬਣਾਉਣ ਵਾਲੀਆਂ ਦੋਨਾਂ ਲਈ ਸ਼ਗਨ ਮਨਾਉਂਦੇ ਸਾਂ। ਜਿਨ੍ਹਾਂ ਨੇ ਉਹ ਖਰੀਦੇ ਵੀ ਨੇ ਉਹ ਇਹਨਾਂ ਦਾ ਸ਼ਗਨ ਮਨਾਉਂਦੇ ਸੀ ਤੇ ਇਹ ਉਹਨਾਂ ਦਾ ਸ਼ਗਨ ਮਨਾਉਂਦੇ ਸੀ ਜਿਨ੍ਹਾਂ ਨੇ ਉਹ ਬਣਾਏ ਸੀ। ਅਸੀਂ ਰੱਬ ਤੋਂ ਇਹੋ ਮੰਗਦੇ ਸਾਂ ਕਿ ਦੋਵੇਂ ਧਿਰਾਂ ਵੱਸਦੀਆਂ ਰਹਿਣ, ਜਿਨ੍ਹਾਂ ਦੇ ਸਿਰ 'ਤੇ ਅਸੀਂ ਰੋਟੀਆਂ ਖਾਂਦੇ ਹਾਂ। ਇਸ ਪ੍ਰਕਾਰ ਖੈਰ ਮੰਗਦੇ ਹੋਏ ਅਸੀਂ ਲੱਦੇ ਹੋਏ ਵਿਦੇਸ਼ਾਂ ਵਿੱਚ ਜਾਂਦੇ ਤੇ ਉੱਥੋਂ ਲੱਦੇ ਹੋਏ ਆਉਂਦੇ ਸਾਂ। ਸਾਡਾ ਵਪਾਰ ਕਿੰਨਾ ਸੋਹਣਾ ਸੀ। ਉਹ ਕੁਝ ਚੀਜ਼ਾਂ ਉਹਨਾਂ ਨੂੰ ਦੇ ਆਉਂਦੇ ਸੀ ਤੇ ਕੁਝ ਉਹਨਾਂ ਤੋਂ ਲੈ ਆਉਂਦੇ ਸੀ। ਕਹਿੰਦੇ ਅਸੀਂ ਉਹਨਾਂ ਦਾ ਸ਼ੁਕਰ ਮਨਾਉਂਦੇ ਸੀ, ਉਹ ਸਾਡਾ ਸ਼ੁਕਰ ਮਨਾਉਂਦੇ ਸੀ। ਤੇ ਹੁਣ ਦੇਖ ਲਓ ਅੱਜ ਦਾ ਵਪਾਰ। ਅੱਗੇ ਕਵੀ ਕੀ ਸਵਾਲ ਕਰਦਾ ਪੜ੍ਹੇ ਲਿਖੇ ਨੌਜਵਾਨ ਨੂੰ, ਸੋਹਣਿਆ ਤੂੰ ਦੱਸ ਨਾ ਉਹ ਵੇਲੇ ਕਿਉਂ ਲੱਦ ਗਏ, ਵਹਿਮ ਨਾਲ ਸਾਡੇ ਠੀਕ ਪਰ ਸਾਡੇ ਕੀ ਘੱਟ ਹਨ। ਨਾਮ ਬਦਲੇ ਰੂਪ ਬਦਲੇ ਤੱਕੇ ਨੀਜ਼ ਲਾ, ਹੈਨ ਸਭ ਉਹੋ ਜਿਹੇ। ਵਹਿਮ ਅੱਜ ਦੇ ਵਹਿਮਾਂ ਭਰਮਾਂ ਬਾਰੇ ਸਵਾਲ ਕਰਦਾ ਕਿ ਜਿਹੜੇ ਸਾਡੇ ਸੀ ਪਰ ਤੁਹਾਡੇ ਅੱਜ ਦੇ ਨਵੇਂ ਜ਼ਮਾਨੇ ਦੇ ਵਹਿਮ ਕਿਹੜਾ ਘੱਟ ਨੇ। ਆਦਮੀ ਦੀ ਪੂਜਾ ਛੱਡੀ ਮੰਨਿਆ ਗੁਨਾਹ ਸੀ। ਜਿਵੇਂ ਅਸੀਂ ਆਪਣੇ ਗੁਰੂ ਲਈ ਨਾ ਗੁਰੂ ਦਕਸ਼ਨਾ 'ਚ ਅੰਗੂਠਾ ਵੱਢ ਕੇ ਦੇ ਦੇਣਾ ਆਪਣੇ ਗੁਰੂ ਲਈ, ਉਹਨਾਂ ਨੇ ਉਹਨਾਂ ਦੇ ਕੱਪੜੇ ਧੋਣੇ, ਉਹਨਾਂ ਦੀਆਂ ਲੱਤਾਂ ਘੁੱਟਣੀਆਂ, ਉਹਨਾਂ ਦੀ ਸੇਵਾ ਕਰਨੀ। ਅਤੇ ਸਾਡੀ ਪੀੜ੍ਹੀ ਕਹਿੰਦੀ ਇਹ ਕੀ ਆ ਪਖੰਡ ਆ, ਇਹ ਨਹੀਂ ਕਰਨਾ ਚਾਹੀਦਾ। ਅਤੇ ਅਸੀਂ ਵੱਡਿਆਂ ਦਾ ਸਤਿਕਾਰ ਪਹਿਲਾਂ ਕਰਦੇ ਸੀ, ਅੱਜ ਘੱਟ ਗਿਆ। ਹੁਣ ਇਹ ਉਸੇ ਚੀਜ਼ ਨੂੰ ਵਿਅੰਗ ਕੀਤਾ, ਆਦਮੀ ਦੀ ਪੂਜਾ ਛੱਡੀ ਮੰਨਿਆ ਗੁਨਾਹ ਸੀ, ਪਰ ਠੀਕਰੀਆਂ ਦੀ ਪੂਜਾ ਅੱਜ ਦੀ ਕਥਾਈ ਦਾ ਪੁੰਨ ਹੈ। ਸੇਵਾ ਕਰਨੀ ਮਜ਼ਦੂਰੀ ਮੰਗਣੀ ਨਾ, ਕੁਝ ਜਹਿਲ ਸੀ, ਪਰ ਮੁਰਦਿਆਂ ਦੇ ਜੇਬੇ ਫੋਲਣੇ ਖਾਣ ਪੀਣ ਨੂੰ ਕਿਹੜਾ ਇਲਮ ਹੈ। ਅਸੀਂ ਗਰੀਬ ਸਾਂ, ਸੰਤੋਖ ਸਾਡਾ ਕਾਤਿਲ ਜ਼ਹਿਰ ਸੀ। ਕੂੜਾ ਪਾਪ ਕਰ ਅਮੀਰ ਹੋਣਾ, ਵਿਹਲਾ ਇਹ ਬੇਸਬਰੀ ਕਦ ਅੰਮ੍ਰਿਤ ਬਣੀ ਸੀ।
ਇਹ ਬੇਟਾ ਜਿਹੜੇ ਸਵਾਲ ਨੇ ਕਵੀ ਨੇ ਫਿਰ ਨੌਜਵਾਨ ਮੁੰਡੇ ਨੂੰ ਪੁੱਛੇ ਨੇ ਕਿ ਜਿਹੜੇ ਸਾਡੇ ਵਹਿਮ ਭਰਮਾਂ ਨੂੰ ਤੁਸੀਂ ਨਿੰਦਦੇ ਹੋ, ਜਿਹੜੇ ਤੁਹਾਡੇ ਅੱਜ ਦੇ ਸਮੇਂ ਦੇ ਵਹਿਮ ਭਰਮ ਨੇ, ਇਹ ਕਿੰਨੇ ਕੁ ਚੰਗੇ ਨੇ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੋਇਆ ਕਵੀ ਅੱਜ ਕੱਲ੍ਹ ਦੇ ਪੰਜਾਬੀ ਨੌਜਵਾਨ ਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਦੱਸ ਉਹ ਸੋਹਣੇ ਸਮੇਂ ਕਿੱਥੇ ਚਲੇ ਗਏ। ਇਹ ਠੀਕ ਹੈ ਕਿ ਪੁਰਾਣੇ ਸਮੇਂ ਦੇ ਰਹਿਣ ਵਾਲੇ ਸਾਡੇ ਜਾਂ ਸਾਡੀ ਸਾਥੀ ਅਨਪੜ੍ਹ ਲੋਕ ਵਹਿਮਾਂ ਭਰਮਾਂ ਦੇ ਸ਼ਿਕਾਰ ਸਨ। ਕਹਿੰਦਾ ਸਾਡੇ ਸਮੇਂ ਦੇ ਲੋਕ ਲੱਗ ਲਓ ਵਹਿਮਾਂ ਭਰਮਾਂ ਦੇ ਸ਼ਿਕਾਰ ਸਨ, ਪਰ ਤੇਰੇ ਸਾਥੀ, ਹੁਣ ਪੜ੍ਹੇ ਲਿਖੇ ਅੱਜ ਦੇ ਪੰਜਾਬ ਦੇ ਮੁੰਡੇ ਨਾਲ ਗੱਲ ਕਰ ਰਿਹਾ, ਪਰ ਤੇਰੇ ਸਾਥੀ ਲੋਕਾਂ ਦੇ ਵਹਿਮ ਕਿਹੜੇ ਘੱਟ ਹਨ। ਉਹ ਜਰਾ ਨੀਂਦ ਲਾ ਕੇ ਦੇਖੋ, ਵੀ ਥੋੜ੍ਹਾ ਧਿਆਨ ਲਾ ਕੇ ਦੇਖੋ, ਅੱਜ ਵੀ ਉਹ ਜਿਹੇ ਵਹਿਮ ਕਾਇਮ ਹਨ। ਇਹ ਠੀਕ ਹੈ ਕਿ ਵਰਤਮਾਨ ਸੱਭਿਅਤਾ ਦੇ ਮਾਲਕ ਲੋਕਾਂ ਨੇ ਆਦਮੀਆਂ ਦੀ ਪੂਜਾ ਦਾ ਤਿਆਗ ਕਰ ਦਿੱਤਾ ਹੈ, ਕਿਉਂਕਿ ਉਹ ਇੱਕ ਗੁਨਾਹ ਸੀ, ਪਰ ਇਸ ਦੀ ਥਾਂ ਵਰਤਮਾਨ ਲੋਕਾਂ ਦੁਆਰਾ ਕੀਤੀ ਜਾਂਦੀ ਪੈਸਿਆਂ ਦੀ ਪੂਜਾ ਕਿੱਥੋਂ ਦਾ ਪੁੰਨ ਹੈ। ਹੁਣ ਕਹਿੰਦੇ ਤੁਸੀਂ ਮਾਇਆ ਦੇ ਪੁਜਾਰੀ ਬਣ ਗਏ, ਇਹ ਵੀ ਪਾਪ ਹੀ ਹੈ। ਇਹ ਮੰਨ ਲੈਂਦੇ ਹਾਂ ਕਿ ਪੁਰਾਣੇ ਲੋਕ ਸੇਵਾ ਕਰਦੇ ਸਨ ਅਤੇ ਮਜ਼ਦੂਰੀ ਨਹੀਂ ਮੰਗਦੇ, ਅਤੇ ਇਹ ਉਹਨਾਂ ਦੀ ਜਹਾਲਤ ਦੀ ਨਿਸ਼ਾਨੀ ਸੀ। ਪਰ ਖਾਣ ਪੀਣ ਖਾਤਰ ਅਰਥਾਤ ਪੈਸਿਆਂ ਦੀ ਪ੍ਰਾਪਤੀ ਲਈ ਮੁਰਦਿਆਂ ਦੀਆਂ ਜੇਬਾਂ ਫੁੱਲਣੀਆਂ ਕਿੱਥੋਂ ਦਾ ਪੁੰਨ ਹੈ, ਜੋ ਅੱਜ ਦੇ ਸਮੇਂ 'ਚ ਹੋ ਰਿਹਾ। ਇਹ ਵੀ ਪਾਪ ਹੀ ਹੈ। ਇਹ ਵੀ ਮੰਨ ਲੈਂਦੇ ਹਾਂ ਕਿ ਅਸੀਂ ਗਰੀਬ ਸਾਂ, ਸਾਡੇ ਸਬਰ ਸੰਤੋਖ ਨੂੰ ਮਾਰੂ ਜ਼ਹਿਰ ਨਾਲ ਤੁਲਨਾ ਦਿੱਤੀ ਜਾ ਸਕਦੀ ਹੈ, ਪਰ ਝੂਠ ਬੋਲ ਕੇ ਭਾਵ ਕਰਕੇ ਤੇਜ਼ੀ ਨਾਲ ਅਮੀਰ ਬਣਨ ਦੀ ਰੁਚੀ ਕਿੱਥੋਂ ਦਾ ਅੰਮ੍ਰਿਤ ਆਖਿਆ ਜਾ ਸਕਦਾ ਹੈ। ਅਸਲ ਵਿੱਚ ਇਹ ਇੱਕ ਮਾਰੂ ਜ਼ਹਿਰ ਹੈ। ਝੂਠ ਬੋਲਦੇ ਹਾਂ ਜਿਹੜਾ ਅਸੀਂ ਕਿਸੇ ਨੂੰ ਅੱਜ ਕੱਲ੍ਹ ਉੱਲੂ ਬਣਾ ਦਿੰਦੇ ਹਾਂ ਮਿੰਟ 'ਚ, ਹੁੰਦੇ ਕਿਤੇ ਆ ਫੋਨ 'ਤੇ ਦੱਸਦੇ ਕਿਤੇ ਆ। ਅਗਲਾ ਸਵਾਲ ਕਵੀ ਕੀ ਕਰਦਾ ਹੈ, ਸੋਹਣਿਆ ਦੱਸ ਨਾ ਉਹ ਵੇਲੇ ਕਿਧਰੇ ਲੰਘ ਗਏ, ਉਹ ਪਿੱਪਲਾਂ ਦੇ ਪੱਤਿਆਂ ਦੀ ਝੂਮ ਝੂਮ ਜਿਹੜੀ ਸਾਡੇ ਗੂੰਗੇ ਦਿਨਾਂ ਨੂੰ ਬਲੂੰਦਰਦੀ ਸੀ। ਉਹ ਖੜਕਦੇ ਕਿਉਂ ਨਿਮੋ ਝੂਣ ਹੋ ਅੱਜ। ਹੁਣ ਉਹ ਵਿਚਾਰੇ ਨਿਮਾਣੇ ਹੋ ਕੇ ਖੜਕਾ ਪੈਦਾ ਕਰਦੇ ਨੇ, ਅੱਜ ਦੇ ਸਮੇਂ ਨੂੰ ਇਹ ਲੱਗਦੇ ਨੇ ਪਿੱਪਲ ਦੇ ਪੱਤੇ। ਕੋਈ ਨਾਚ ਉਹਨਾਂ ਦਾ ਨਾ ਹੁਣ ਦੇਖਣੇ ਆਉਂਦਾ। ਇਹ ਬੇਟਾ ਜਿਹੜੇ ਆ ਲਿਖੇ ਹੋਏ ਨਾ ਨਿੰਮੋ ਝੂਣ, ਇਹ ਕਵੀ ਇੱਥੇ ਬਿਆਨ ਕਰਦਾ ਇੱਕ ਪ੍ਰਜਾਤੀ ਦਾ, ਕੋਈ ਨਾਚ ਉਹਨਾਂ ਦਾ ਨਾ ਹੁਣ ਦੇਖਣੇ ਆਉਂਦਾ, ਕੀ ਅੰਦਰ ਦੀ ਖੁਸ਼ੀ ਸਾਰੀ ਮਰ ਗਈ। ਭੱਠ ਪਈ ਅੱਜ ਦੀ ਸੱਭਿਅਤਾ, ਜਿਹੜੀ ਦੌੜਦੀ ਹੱਫਦੀ ਦੌੜ ਆਰਾਮ ਚਾਹੇ ਲੈਣਾ, ਇੱਕੋ ਵਾਰੀ ਇੱਕੋ ਦਿਨ ਦੋਹਾਂ ਹੱਥਾਂ ਨਾਲ। ਹੁਣ ਇਹ ਜਿਹੜਾ ਨਵੀਂ ਸੱਭਿਅਤਾ ਦੇ ਵਿੱਚ ਕੁਛ ਅਸੀਂ ਪੁਰਾਣੀਆਂ ਚੀਜ਼ਾਂ ਨੂੰ ਇਗਨੋਰ ਕੀਤਾ ਬੇਟਾ, ਉਹਦੇ ਬਾਰੇ ਕਵੀ ਦਾ ਸਵਾਲ ਹੈ। ਕਵੀ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੋਇਆ ਕਵੀ ਅੱਜ ਦੇ ਪੰਜਾਬੀ ਨੌਜਵਾਨ ਨੂੰ ਪੁੱਛਦਾ ਹੈ ਕਿ ਤੂੰ ਮੈਨੂੰ ਦੱਸ ਕਿ ਉਹ ਸਮੇਂ ਕਿੱਥੇ ਚਲੇ ਗਏ ਹਨ, ਜਦੋਂ ਪਿੱਪਲ ਦੇ ਪੱਤੇ ਚੋਂ ਚੁਣ ਕੇ ਸਾਰੇ ਗੂੰਗੇ ਦਿਲਾਂ ਉੱਪਰ ਡੂੰਘਾ ਅਸਰ ਪਾਉਂਦੇ ਸਨ। ਫਲਸਰੂਪ ਸਾਡੇ ਦਿਲਾਂ ਵਿੱਚੋਂ ਗੀਤ ਫੁੱਟਦੇ ਸਨ। ਪਿੱਪਲ ਦਾ ਬੇਟਾ ਇੰਨਾ ਸਤਿਕਾਰ ਸੀ, ਪਰ ਅੱਜ ਅਸੀਂ ਇਹਨਾਂ ਦੇ ਪੱਤਿਆਂ ਨੂੰ ਕਹਿੰਦੇ ਹਾਂ ਕਿ ਖੜਕਾ ਕਰ ਰਹੇ ਹਨ। ਅੱਜ ਉਹ ਪੱਤੇ ਨਿੰਮੋ ਝੂਣ ਹੋ ਕੇ ਬੇਅਸਰ ਜਿਹੇ ਹੋਏ ਖੜਕਦੇ ਹਨ। ਹੁਣ ਉਹਨਾਂ ਦਾ ਕੋਈ ਨਾਚ ਵਿਖਾਈ ਨਹੀਂ ਦਿੰਦਾ। ਕੀ ਹੁਣ ਉਹਨਾਂ ਦੇ ਅੰਦਰ ਦੀ ਖੁਸ਼ੀ ਮਰ ਗਈ ਹੈ। ਅੱਜ ਦੀ ਅਜਿਹੀ ਰਸਹੀਣ ਸੱਭਿਅਤਾ ਭੱਠੀ ਵਿੱਚ ਪਵੇ, ਜਿਹੜੀ ਆਪਣੀਆਂ ਖੁਦਗਰਜ਼ੀਆਂ ਦੀ ਪੂਰਤੀ ਲਈ ਦੌੜਦੀ ਤੜਫਦੀ ਹੈ। ਉਹ ਦੌੜ ਕੇ ਇੱਕੋ ਵਾਰੀ ਸਾਰੇ ਦੇ ਸਾਰੇ ਸੁੱਖ ਦੋਹਾਂ ਹੱਥਾਂ ਨਾਲ ਇਕੱਠੇ ਕਰ ਲੈਣਾ ਚਾਹੁੰਦੀ ਹੈ। ਇਸ ਪ੍ਰਕਾਰ ਵਰਤਮਾਨ ਪੰਜਾਬੀ ਸੱਭਿਅਤਾ ਹਰ ਜਾਇਜ਼ ਤੇ ਨਜਾਇਜ਼ ਤਰੀਕੇ ਨਾਲ ਪਦਾਰਥਿਕ ਸੁੱਖਾਂ ਦੀ ਪ੍ਰਾਪਤੀ ਦੇ ਪਿੱਛੇ ਲੱਗੀ ਹੋਈ ਹੈ। ਹੁਣ ਬੇਟਾ ਉੱਪਰ ਇਹਨਾਂ ਨੇ ਪਿੱਪਲ ਦੀਆਂ ਪੱਤੀਆਂ ਨੂੰ ਕਿਹਾ, ਮੈਂ ਉੱਪਰ ਪ੍ਰਜਾਤੀ ਕਿਹਾ ਸੀ, ਬਟ ਇੱਥੇ ਪਿੱਪਲ ਦੀਆਂ ਪੱਤੀਆਂ ਨੂੰ ਕਵੀ ਨੇ ਇਹ ਕਿਹਾ ਕਿ ਅੱਜ ਕੱਲ੍ਹ ਉਹਨਾਂ ਦੇ ਨਾਚ, ਉਹਨਾਂ ਦੀਆਂ ਆਵਾਜ਼ਾਂ, ਪਿੱਪਲ ਨੂੰ ਕੋਈ ਵੀ ਨਹੀਂ ਸਤਿਕਾਰਦਾ। ਇੱਥੇ ਪਿੱਪਲ ਦੇ ਸਤਿਕਾਰ ਵਿੱਚ ਕਵੀ ਨੇ ਇਹ ਸਾਰੇ ਉੱਪਰਲੇ ਪੈਰੇ ਨੂੰ ਲਿਖਿਆ ਹੈ। ਅੱਗੇ ਬੇਟਾ ਕਵੀ ਕੀ ਲਿਖਦਾ ਹੈ, ਅਗਲਾ ਸਵਾਲ ਕੀ ਕਰਦਾ ਹੈ ਨਵੇਂ ਪੰਜਾਬੀ ਮੁੰਡੇ ਨੂੰ, ਨਵੀਂ ਸੱਭਿਅਤਾ ਨੂੰ। ਅੰਬਾਂ ਦੇ ਬੂਰ ਪਏ ਕਿਰਦੇ ਬੇਵੱਸ ਹੋ, ਕੋਈ ਸੋਹਣੀਆਂ ਪੀਂਘਾਂ ਹੁਣ ਨਾ ਝੂਟਦੀਆਂ,
ਕੋਈ ਸੋਹਣੀਆਂ, ਇਹਨੂੰ ਸੋਹਣੀਆਂ ਕੁੜੀਆਂ ਦੀ ਗੱਲ ਅਸੀਂ ਕਰ ਸਕਦੇ ਹਾਂ। ਕੋਈ ਸੋਹਣੀਆਂ ਪੀਂਘਾਂ ਹੁਣ ਨਾ ਝੂਟਦੀਆਂ, ਇਹ ਕੀ ਹੈ ਮੁਰਦੇ ਹਾਣ ਜਈ। ਉਹ ਹੁਣ ਪੁਰਾਣੇ ਵਿਆਹ ਦੇ ਰੰਗ ਨਹੀਂ, ਢੰਗ ਨਹੀਂ, ਕੁਝ ਉਦਲਣ ਉਧਾਲਣ ਜਿਹਾ ਬਸ ਲੱਗਦਾ। ਉਂਝ ਜੰਜਾਂ ਕਿੱਥੇ, ਉਹ ਬਿਹਲ, ਉਹ ਖੁੱਲ੍ਹ, ਉਹ ਚਾਹ, ਦੱਸੋ ਨਾ ਕਿੱਥੇ ਟੁਰ ਗਿਆ ਸਾਰਾ। ਹੁਣ ਕਵੀ ਫੇਰ ਗੱਲ ਕਰਦਾ ਨਵੇਂ ਜ਼ਮਾਨੇ ਨੂੰ, ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੋਇਆ ਕਵੀ ਅੱਜ ਦੇ ਪੰਜਾਬੀ ਨੌਜਵਾਨ ਨੂੰ ਕਹਿੰਦਾ ਹੈ ਕਿ ਅੱਜ ਕੱਲ੍ਹ ਸੋਹਣੀਆਂ ਕੁੜੀਆਂ ਅੰਬਾਂ ਉੱਪਰ ਪੀਂਘਾਂ ਪਾ ਕੇ ਨਹੀਂ ਝੂਟਦੀਆਂ। ਅੱਜ ਕੱਲ੍ਹ ਅੰਬਾਂ ਦੇ ਬੂਰ ਪੀਂਘ ਦੇ ਹੁਲਾਰਿਆਂ ਨਾਲ ਨਹੀਂ, ਸਗੋਂ ਬੇਵੱਸ ਹੋ ਕਿਰਦੇ ਹਨ। ਅੱਜ ਦੀ ਪੰਜਾਬੀ ਜਾਂ ਅੱਜ ਦੇ ਪੰਜਾਬੀ ਜੀਵਨ ਉੱਤੇ ਕੋਈ ਮੁਰਦੇ ਹਾਣੀ ਜਿਹੀ ਛਾਈ ਦਿਖਾਈ ਦਿੰਦੀ ਹੈ। ਅੱਜ ਕੱਲ੍ਹ ਇਸ ਜੀਵਨ ਵਿੱਚ ਵਿਆਹਾਂ ਦੀਆਂ ਪੁਰਾਣੀਆਂ ਰੰਗੀਨੀਆਂ ਦੇ ਤਰੀਕੇ ਮੌਜੂਦ ਨਹੀਂ। ਅੱਜ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੁੜੀ ਮੁੰਡੇ ਨਾਲ ਉਧਲ ਗਈ ਹੋਵੇ ਅਤੇ ਮੁੰਡਾ ਕੁੜੀ ਨੂੰ ਉਧਾਲ ਕੇ ਲੈ ਗਿਆ ਹੋਵੇ। ਉੱਧਰ ਕੀ ਹੁੰਦਾ ਬੇਟਾ ਵੀ ਕਿਸੇ ਨੂੰ ਧੋਖਾ ਦੇ ਕੇ ਕੁੜੀ ਨਾਲ ਵਿਆਹ ਕਰਾ ਕੇ ਲੈ ਜਾਣਾ, ਜਾਂ ਕੋਈ ਕੁੜੀ ਨੂੰ ਕਿਸੇ ਮੁੰਡੇ ਨਾਲ ਭੱਜ ਗਈ ਹੋਵੇ। ਕਹਿੰਦੇ ਅੱਜ ਦੇ ਵਿਆਹ ਇੱਦਾਂ ਲੱਗਦੇ ਹਨ। ਅੱਜ ਪੁਰਾਣੇ ਸਮੇਂ ਵਾਂਗ ਆ ਕੇ ਜੰਜਾਂ ਕਈ ਦਿਨ ਨਹੀਂ ਰਹਿੰਦੀਆਂ। ਪਹਿਲਾਂ ਬੇਟਾ ਜੰਜ 2-2 3-3 ਦਿਨ ਰਹਿੰਦੀ, ਬੜਾ ਪ੍ਰਾਹੁਣਚਾਰੀ ਹੁੰਦਾ ਬਰਾਤੀਆਂ ਦੇ। ਹੁਣ ਬੇਟਾ ਕੁਝ ਘੰਟਿਆਂ 'ਚ ਵਿਆਹ ਹੋ ਜਾਂਦੇ ਹਨ। ਅੱਜ ਦੇ ਵਿਆਹ ਢੰਗਾਂ ਵਿੱਚੋਂ ਬਿਹਲ, ਖੁੱਲ੍ਹ ਅਤੇ ਚਾਅ ਸਾਰਾ ਕਿਧਰੇ ਉੱਡ ਗਿਆ ਲੱਗਦਾ ਹੈ। ਅੱਜ ਦੇ ਵਿਆਹ ਢੰਗ ਰਸਹੀਣ ਅਤੇ ਫਿੱਕੇ ਹਨ। ਜਿਹੜੇ ਅਸੀਂ ਕਿਸੇ ਪੁਰਾਣੀਆਂ ਫਿਲਮਾਂ 'ਚ ਦੇਖਦੇ ਹਾਂ ਕਿ ਜਿਵੇਂ ਬਰਾਤਾਂ ਰਹਿੰਦੀਆਂ ਸੀ, ਉਹ ਚੀਜ਼ਾਂ ਬੇਟਾ ਹੁਣ ਸਿਰਫ ਫਿਲਮਾਂ ਅਤੇ ਕਹਾਣੀਆਂ 'ਚ ਰਹਿ ਗਈਆਂ। ਅਸਲੀਅਤ ਵਿੱਚ ਸਭ ਕੁਝ ਖਤਮ ਹੋ ਗਿਆ। ਪਹਿਲਾਂ ਵਿਆਹ ਤੋਂ ਪਹਿਲਾਂ ਹਫ਼ਤਾ ਕੜਾਹੀ ਚੜ੍ਹਨੀ, ਘਰ ਦੇ ਵਿੱਚ ਰੌਣਕਾਂ ਰਹਿਣੀਆਂ। ਅੱਜ ਸਵੇਰੇ ਵਿਆਹ ਵਾਲਾ ਦਿਨ ਹੁੰਦਾ ਅਤੇ ਸ਼ਾਮ ਨੂੰ ਲਾੜੀ ਘਰੇ ਅਤੇ ਸਾਰੇ ਆਪੋ ਆਪਣੇ ਘਰੇ। ਸੋ ਇੱਕ ਫੋਰਮੈਲਿਟੀ ਰਹਿ ਗਈ ਅੱਜ ਦੇ ਵਿਆਹ। ਹੁਣ ਅਗਲਾ ਸਵਾਲ ਕਵੀ ਕੀ ਕਰਦਾ ਹੈ, ਉਹ ਸ਼ਗਨ ਮਨਾਵਣੇ, ਉਹ ਢੋਲਕੀਆਂ ਦੇ ਗੀਤ ਜਿਹੜੇ ਰਾਤ ਦੀ ਰਗ ਛੇੜਦੇ, ਉਹ ਕੁੜੀਆਂ ਕੁਆਰੀਆਂ ਦੇ ਮਨ ਦੇ ਚਾਅ ਦੇ ਟੱਪੇ, ਨਿੱਕੇ ਨਿੱਕੇ ਕੋਇਲਾਂ ਦੀਆਂ ਭਾਂਤ ਬੋਲੀਆਂ, ਉਹ ਰਾਗ ਨਵੇਂ ਸੱਜਰੇ, ਸਿੱਜੇ ਭਿੱਜੇ ਰੂਹਾਂ ਵਿੱਚ ਜਿਹੜੇ ਨਿਕਲਦੇ, ਉਹ ਘੋੜੀਆਂ, ਉਹ ਸੁਹਾਗ, ਉਹ ਦੋ ਗੱਲਾਂ ਤੇ ਹਾਸੇ, ਉਹ ਮਖੌਲੀ ਤਬੀਅਤਾਂ ਖੁਸ਼ੀ ਭਰਨ ਵਾਲੀਆਂ, ਉਹ ਦਾਤੇ, ਉਹ ਭੰਡਾਰੀ, ਉਹ ਜਾਂਜੀ, ਉਹ ਮਾਂਜੀ, ਉਹ ਜੰਜਾਂ ਜਗਮਗ ਕਿੱਥੇ, ਕੇਸਰ ਦੀਆਂ ਰੰਗੀਆਂ, ਉਹ ਲਾੜੇ ਦਾ ਘੋੜੀ 'ਤੇ ਚੜ੍ਹਨਾ, ਉਹ ਭੈਣਾਂ ਲਾੜੇ ਦੀਆਂ ਦਾ ਗਾ ਵਾਗਾਂ ਦਾ ਗੁੰਦਣਾ, ਉਹ ਘੋੜੀ ਚਿੱਟੀ ਦਾ ਨਾਜ ਅਤੇ ਚਾਅ ਵਿੱਚ ਲਾੜੇ ਨੂੰ ਚੱਕ ਮੋਢੇ ਖੁਸ਼ੀ ਥੀਣਾ, ਉਹਦੇ ਗਲ ਦੀਆਂ ਗਾਨੀਆਂ ਦਾ ਭੈਣਾਂ ਨਾਲ ਰਲ ਮਿਲ ਗਾਵਣਾ, ਉਹ ਗਲ ਦੀਆਂ ਗਾਨੀਆਂ ਦਾ ਭੈਣਾਂ ਨਾਲ ਰਲ ਮਿਲ ਗਾਵਣਾ। ਹੁਣ ਕਵੀ ਫੇਰ ਸਵਾਲ ਕਰਦਾ ਕਿ ਦੱਸ ਭਾਈ ਇਹ ਚੀਜ਼ਾਂ ਹੁਣ ਕਿੱਥੇ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੋਇਆ ਕਵੀ ਅੱਜ ਕੱਲ੍ਹ ਦੇ ਪੰਜਾਬੀ ਨੌਜਵਾਨ ਨੂੰ ਕਹਿੰਦਾ ਹੈ ਕਿ ਅੱਜ ਕੱਲ੍ਹ ਦੇ ਵਿਆਹ ਢੰਗਾਂ ਵਿੱਚ ਨਾ ਤਾਂ ਪਹਿਲਾਂ ਵਾਂਗ ਸ਼ਗਨ ਮਨਾਏ ਜਾਂਦੇ ਹਨ ਅਤੇ ਨਾ ਹੀ ਸਾਰੇ ਸਰੀਰ ਦੀ ਰਗ ਵਿੱਚ ਇੱਕ ਕੰਬਣੀ ਜਿਹੀ ਛੇੜ ਦੇਣ ਵਾਲੇ ਢੋਲਕੀਆਂ ਨਾਲ ਗਾਏ ਜਾਂਦੇ ਗੀਤ ਹਨ। ਹਾਂਜੀ, ਅੱਗੇ ਪੜ੍ਹਦੇ ਹਾਂ ਕਿ ਕਵੀ ਗੱਲ ਕਰਦਾ ਹੈ ਕਿ ਜਿਹੜੇ ਪੁਰਾਣੇ ਵਿਆਹ ਸੀ ਉਹਨਾਂ ਦੇ ਵਿੱਚ ਜੋ ਰੰਗਤ ਸੀ ਅੱਜ ਦੇ ਵਿਆਹ ਦੇ ਵਿੱਚ ਉਹ ਨਹੀਂ ਹੈ। ਜਿਵੇਂ ਕਿ ਕਵੀ ਕਹਿੰਦਾ ਹੈ ਕਿ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੋਇਆ ਕਵੀ ਅੱਜ ਦੇ ਪੰਜਾਬੀ ਨੌਜਵਾਨ ਨੂੰ ਕਹਿੰਦਾ ਹੈ ਕਿ ਅੱਜ ਕੱਲ੍ਹ ਦੇ ਵਿਆਹ ਢੰਗਾਂ ਵਿੱਚ ਨਾ ਤਾਂ ਪਹਿਲਾਂ ਵਾਂਗ ਸ਼ਗਨ ਮਨਾਏ ਜਾਂਦੇ ਹਨ ਅਤੇ ਨਾ ਹੀ ਸਾਰੇ ਸਰੀਰ ਦੀ ਰਗ ਵਿੱਚ ਇੱਕ ਕੰਬਣੀ ਜਿਹੀ ਛੇੜ ਦੇਣ ਵਾਲੇ ਢੋਲਕਿਆਂ ਨਾਲ ਗਾਏ ਜਾਂਦੇ ਗੀਤ ਹਨ। ਅੱਜ ਦਾ ਕਵੀ ਦੱਸਦਾ ਕਿ ਜਿਹੜਾ ਅੱਜ ਦਾ ਵਿਆਹ ਨੇ ਉਹਨਾਂ ਦੇ ਵਿੱਚ ਕੀ ਹੈ। ਅੱਜ ਵਿਆਹ ਵਿੱਚੋਂ ਕੁਆਰੀਆਂ ਕੁੜੀਆਂ ਦੇ ਮਨ ਦੇ ਚਾਵਾਂ ਨੂੰ ਪ੍ਰਗਟ ਕਰਨ ਵਾਲੇ ਨਿੱਕੇ ਟੱਪੇ, ਕੋਇਲਾਂ ਵਰਗੀ ਮਿੱਠੀ ਸੁਰ ਵਿੱਚ ਪਾਈਆਂ ਜਾਂਦੀਆਂ ਬੋਲੀਆਂ, ਰੂਹਾਂ ਵਿੱਚੋਂ ਨਿਕਲਣ ਵਾਲੇ ਨਵੇਂ
ਸੱਜਰੇ ਸੱਜਰੇ ਤੇ ਭਾਵਾਂ ਨਾਲ ਭਰੇ ਹੋਏ ਰਾਗ, ਘੋੜੀਆਂ, ਸੁਹਾਗ, ਹਾਸੇ ਦੀਆਂ ਗੱਲਾਂ ਸਭ ਅਲੋਪ ਹਨ। ਅੱਜ ਵਿਆਹ ਢੰਗਾਂ ਵਿੱਚ ਖੁਸ਼ੀ ਭਰਨ ਵਾਲੇ, ਮਖੌਲੀ ਤਵੀਅਤਾਂ ਵਾਲੇ ਬੰਦੇ, ਦਾਨ ਕਰਨ ਵਾਲੇ, ਭੰਡਾਰੇ ਵਰਤਾਉਣ ਵਾਲੇ, ਜਾਂਜੀ, ਮਾਂਜੀ ਤੇ ਕੇਸਰ ਰੰਗੀਆਂ ਜੰਝਾਂ ਦੀ ਜਗਮਗ ਆਦਿ ਸਭ ਕਿਧਰੇ ਛਿਪ ਗਿਆ ਹੈ। ਅੱਜ ਦੇ ਵਿਆਹ ਢੰਗ ਵਿੱਚੋਂ ਲਾੜੇ ਦਾ ਘੋੜੀ ਉੱਤੇ ਚੜ੍ਹਨਾ, ਉਸ ਦੀਆਂ ਭੈਣਾਂ ਦਾ ਗਾ ਗਾ ਕੇ ਘੋੜੀ ਦੀ ਵਾਂਗ ਨੂੰ ਫੜਨਾ ਬੇਟਾ, ਚਿੱਟੀ ਘੋੜੀ ਦਾ ਬੜੇ ਨਖਰੇ ਤੇ ਚਾਅ ਵਿੱਚ ਲਾੜੇ ਨੂੰ ਆਪਣੀ ਪਿੱਠ ਉੱਪਰ ਚੁੱਕ ਕੇ ਖੁਸ਼ ਹੋਣਾ ਤੇ ਲਾੜੇ ਦੀਆਂ ਭੈਣਾਂ ਦਾ ਘੋੜੀ ਦੇ ਗਲ ਦੀਆਂ ਗਾਨੀਆਂ ਨਾਲ ਰਲ ਮਿਲ ਕੇ ਗਾਉਣਾ ਆਦਿ ਸਭ ਗੱਲਾਂ ਕਿਧਰੇ ਲੋਪ ਹੋ ਗਈਆਂ ਹਨ। ਅਜੋਕੇ ਵਿਆਹ ਢੰਗ ਰਸਹੀਣ ਤੇ ਫਿੱਕੇ ਹਨ। ਹੁਣ ਘੋੜੀ ਦੀ ਬੇਟਾ ਗਾਨੀ, ਜਿਵੇਂ ਉਹਦੇ ਗਲ ਦੇ ਵਿੱਚ ਘੁੰਗਰੂ ਪਾਏ ਹੁੰਦੇ ਸੀ, ਘੋੜੀ ਛਮ 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 ਕਰਦੀ ਤੁਰਦੀ ਸੀ ਤੇ ਉਹਦੇ ਨਾਲ ਹੀ ਉਹ ਸੁਰ ਲੈ ਦੇ ਵਿੱਚ ਆਪਣੇ ਵੀਰ ਦੇ ਸਤਿਕਾਰ ਦੇ ਵਿੱਚ ਕੁੜੀਆਂ ਘੋੜੀ ਗਾਉਂਦੀਆਂ ਸਨ। ਉਹ ਕਿਤੇ ਗਲ ਦੀਆਂ ਗਾਨੀਆਂ, ਤੁਸੀਂ ਸੋਚੋ ਵੀ ਇਹ ਕੀ ਆ ਗਿਆ ਸ਼ਬਦ। ਅੱਗੇ ਹੈਗਾ ਬੇਟਾ ਅਗਲਾ ਸਵਾਲ, ਕਵੀ ਕੀ ਕਰਦਾ ਹੈ, ਉਹ ਨੇਜੇ ਬਾਜੀਆਂ ਵਿਆਹਾਂ 'ਤੇ, ਉਹ ਰੰਗ ਬਿਰੰਗ ਦੀਆਂ ਚੋਚਲਾਂ, ਉਹ ਖੇਡਾਂ, ਉਹ ਕੌਡੀਆਂ, ਉਹ ਖੁੱਲ੍ਹੇ ਖੇਤਾਂ ਵਿੱਚ ਦੌੜਾਂ ਖੁਸ਼ੀ ਦੀਆਂ, ਉਹ ਦਰਿਆਵਾਂ ਦਾ ਨਹਾਉਣ ਜਾਣਾ ਢੋਲਕੀਆਂ ਵੱਜਦੇ, ਉਹ ਸੌਂਚੀਆਂ, ਉਹ ਕੁਸ਼ਤੀਆਂ, ਅਖਾੜੇ ਤੇ ਕਬੱਡੀਆਂ। ਕਹਿੰਦਾ ਦੱਸ ਭਾਈ ਇਹ ਕਿੱਥੇ ਨੇ? ਪ੍ਰੋਫੈਸਰ ਸਾਹਿਬ ਕੀ ਲਿਖਦੇ ਨੇ ਅੱਗੇ, ਆਪਾਂ ਇਹਦੇ ਵਿੱਚ ਕਵਿਤਾ ਦੇ ਸਵਾਲ ਕੀ ਕਰਦੇ ਨੇ। ਵਿਆਖਿਆ ਦੇ ਵਿੱਚ ਕਵੀ ਪੁੱਛਦਾ ਹੈ ਕਿ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੋਇਆ ਕਵੀ ਅੱਜ ਕੱਲ੍ਹ ਦੇ ਪੰਜਾਬੀ ਨੌਜਵਾਨ ਨੂੰ ਕਹਿੰਦਾ ਹੈ ਕਿ ਅੱਜ ਕੱਲ੍ਹ ਦੇ ਵਿਆਹ ਤਾਂ ਫਿੱਕੇ ਤੇ ਰਸਹੀਣ ਹਨ। ਪੁਰਾਣੇ ਸਮੇਂ ਦੇ ਪੰਜਾਬ ਵਿੱਚ ਵਿਆਹ ਦੇ ਮੌਕੇ ਉੱਤੇ ਨੇਜੇ ਬਾਜ਼ੀਆਂ ਹੁੰਦੀਆਂ ਸਨ ਅਤੇ ਤਰ੍ਹਾਂ ਤਰ੍ਹਾਂ ਦੇ ਦਿਲ ਪਰਚਾਵੇ ਦੇ ਕੰਮ ਕੀਤੇ ਜਾਂਦੇ ਸਨ। ਅੱਜ ਦੇ ਪੰਜਾਬੀ ਜੀਵਨ ਵਿੱਚੋਂ ਖੁਸ਼ੀ ਨਾਲ ਖੇਡੀਆਂ ਜਾਂਦੀਆਂ ਖੇਡਾਂ, ਕੌਡੀਆਂ ਅਤੇ ਖੁੱਲ੍ਹੇ ਖੇਤਾਂ ਵਿੱਚ ਲਾਈਆਂ ਜਾਂਦੀਆਂ ਦੌੜਾਂ ਅਲੋਪ ਹੋ ਚੁੱਕੀਆਂ ਹਨ। ਹੁਣ ਕੋਈ ਦਰਿਆਵਾਂ ਉੱਤੇ ਢੋਲਕੀਆਂ ਵਜਾਉਂਦੇ ਹੋਏ ਨਹਾਉਣ ਨਹੀਂ ਜਾਂਦੇ ਅਤੇ ਨਾ ਹੀ ਪੰਜਾਬੀ ਜੀਵਨ ਵਿੱਚੋਂ ਸੌਂਚੀਆਂ, ਕੁਸ਼ਤੀਆਂ ਲਈ ਪਹਿਲਵਾਨਾਂ ਦੇ ਅਖਾੜੇ ਅਤੇ ਕਬੱਡੀਆਂ ਰਹੀਆਂ ਹਨ। ਵਰਤਮਾਨ ਪੰਜਾਬੀ ਜੀਵਨ ਫਿੱਕਾ ਅਤੇ ਬੇਸੁਰਾ ਹੈ। ਵੇਰਸਾ ਵੀ ਕਹਾਂਗੇ, ਬੇਸੁਰਾ ਵੀ ਕਹਿ ਸਕਦੇ ਹਾਂ ਕਿ ਅੱਜ ਕੱਲ੍ਹ ਉਹ ਰੰਗੀਨੀ ਨਹੀਂ ਰਹੀ ਪੰਜਾਬੀਆਂ ਦੇ ਜੀਵਨ ਜੀਣ ਦੇ ਵਿੱਚ। ਅਗਲਾ ਸਵਾਲ, ਸਭ ਜੀਣ ਦਾ ਚਾਅ ਹੋਣ ਦਾ ਮਾਣ, ਥੀਣ ਦਾ ਨਸ਼ਾ ਕਿੱਥੇ? ਉਹ ਪਿਆਰੀ ਬਸੰਤ ਦੀਆਂ ਫੁੱਲਾਂ ਦੀਆਂ ਹੋਲੀਆਂ, ਬਾਗ ਬਾਗ ਭਰ ਪਿਚਕਾਰੀਆਂ ਰੂਪਾਂ ਦਾ ਖੇਡਣਾ, ਉਹ ਲੋਹੜੀਆਂ ਦੀ ਲੱਕੜਾਂ ਦੀ ਮੰਗ ਬੂਹੇ ਬੂਹੇ, ਉਹ ਕੁੜੀਆਂ ਦਾ ਜੁੜਨਾ, ਅੱਗ ਦੇ ਚੁਫੇਰੇ ਅਤੇ ਗਿੱਧੇ ਪਾ ਪਾ ਗਾਉਣਾ। ਹੁਣ ਕਵੀ ਸਵਾਲ ਕਰਦਾ, ਭਾਈ ਲੋਹੜੀ 'ਤੇ ਜਦੋਂ ਲੱਕੜਾਂ ਮੰਗਣ ਜਾਂਦੇ ਸੀ ਕੁੜੀਆਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਸੀ, ਦੱਸ ਇਹ ਲੋਹੜੀ ਦੇ ਤਿਉਹਾਰ ਕਿੱਥੇ ਗਏ? ਵਿਆਖਿਆ ਦੇ ਵਿੱਚ ਕਵੀ ਕਹਿੰਦੇ ਹਨ, ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੋਇਆ ਕਵੀ ਅੱਜ ਕੱਲ੍ਹ ਦੇ ਪੰਜਾਬੀ ਨੌਜਵਾਨ ਨੂੰ ਕਹਿੰਦਾ ਹੈ ਕਿ ਅੱਜ ਦੇ ਪੰਜਾਬੀ ਜੀਵਨ ਵਿੱਚ ਪੁਰਾਣੇ ਪੰਜਾਬ ਵਰਗਾ ਜਿਉਣ ਦਾ ਚਾਅ, ਆਪਣੀ ਹੋਂਦ ਦਾ ਮਾਣ, ਥੀਣ ਦਾ ਨਸ਼ਾ ਨਹੀਂ ਰਿਹਾ। ਇਸ ਵਿੱਚੋਂ ਪਿਆਰੀ ਬਸੰਤ ਰੁੱਤ ਦੁਆਰਾ ਹਰ ਬਾਗ ਵਿੱਚ ਮਨਾਈਆਂ ਜਾਂਦੀਆਂ ਫੁੱਲਾਂ ਦੀਆਂ ਹੋਲੀਆਂ ਵੀ ਅਲੋਪ ਹਨ। ਰੁੱਖੇ ਨਹੀਂ ਰਹੇ ਬੇਟਾ, ਅਤੇ ਫੁੱਲ ਅਤੇ ਬਾਗ ਤਾਂ ਕਿੱਥੇ ਰਹਿਣੇ ਹਨ। ਜਦੋਂ ਕਿ ਸਾਰੇ ਲੋਕ ਰੰਗਾਂ ਦੀਆਂ ਪਿਚਕਾਰੀਆਂ ਭਰ ਕੇ ਆਪਸ ਵਿੱਚ ਰੰਗਾਂ ਦੀ ਖੇਡ ਖੇਡਦੇ ਸਨ, ਅੱਜ ਹਰ ਬੂਹੇ ਉੱਪਰ ਜਾ ਕੇ ਲੋਹੜੀ ਦੀਆਂ ਲੱਕੜਾਂ ਦੀ ਮੰਗ ਕਰਨਾ ਵੀ ਅਲੋਪ ਹੋ ਗਿਆ ਹੈ ਅਤੇ ਨਾ ਹੀ ਲੋਹੜੀ ਦੀ ਧੂਣੀ ਦੇ ਚੁਪੇਰੇ ਕੁੜੀਆਂ ਜੁੜ ਕੇ ਗਿੱਧੇ ਪਾਉਂਦੀਆਂ ਅਤੇ ਗਾਉਂਦੀਆਂ ਹਨ। ਅਗਲਾ ਸਵਾਲ ਕਵੀ ਕਰਦਾ ਹੈ, ਵਹਿਮ ਜੇ ਉੱਡੇ ਤਾਂ ਉੱਡੇ ਸਦਕੇ, ਵਹਿਮਾਂ ਦਾ ਉੱਡਣਾ ਜ਼ਰੂਰੀ ਸੀ, ਪਰ ਸਾਡੀਆਂ ਸਾਰੀਆਂ ਖੁਸ਼ੀਆਂ ਨਾਲੇ ਗਈਆਂ, ਜਿੰਦ ਕਿੱਥੇ ਟੁਰ ਗਈ ਨਾਲੇ ਰੂਹ ਕਿੱਥੇ ਟੁਰ ਗਈ, ਜਾਂ ਨਾਲੇ ਰੂਹ ਕਿੱਥੇ ਟੁਰ ਗਿਆ। ਔਖਾ ਹੋ ਗਿਆ ਜਿੰਦਾਂ ਫਸਣੀਆਂ ਨੂੰ ਕੱਢਣਾ, ਕੰਡੇ ਨਾਲੋਂ ਫੁੱਲਾਂ ਨੂੰ ਤੋੜਨਾ, ਕੰਡੇ ਨਾਲੋਂ ਫੁੱਲਾਂ ਨੂੰ ਜਾਂ ਫੁੱਲ ਨੂੰ ਤੋੜਨਾ, ਫੁੱਲ ਨੂੰ ਮਾਰਨਾ ਹੈ।
ਵਿਆਖਿਆ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੋਇਆ ਕਵੀ ਅੱਜ ਕੱਲ੍ਹ ਦੇ ਪੰਜਾਬੀ ਨੌਜਵਾਨ ਨੂੰ ਕਹਿੰਦਾ ਹੈ ਕਿ ਇਹ ਚੰਗਾ ਹੋਇਆ ਕਿ ਵਰਤਮਾਨ ਪੰਜਾਬ ਵਿੱਚੋਂ ਪੁਰਾਣੇ ਵਹਿਮ ਭਰਮ ਉੱਡ ਗਏ ਹਨ। ਇਹਨਾਂ ਦਾ ਦੂਰ ਹੋਣਾ ਜ਼ਰੂਰੀ ਸੀ, ਪਰ ਇਸ ਦੇ ਨਾਲ ਦੁੱਖ ਦੀ ਗੱਲ ਇਹ ਹੋਈ ਹੈ ਕਿ ਸਾਡੀਆਂ ਸਾਰੀਆਂ ਖੁਸ਼ੀਆਂ ਵੀ ਨਾਲ ਹੀ ਦਫਨ ਹੋ ਗਈਆਂ। ਮੈਨੂੰ ਤਾਂ ਹੀ ਪਤਾ ਨਹੀਂ ਲੱਗਦਾ ਕਿ ਪੰਜਾਬ ਦੀ ਜਿੰਦ ਕਿੱਥੇ ਗਈ ਹੈ ਤੇ ਰੂਹ ਕਿੱਥੇ ਗਈ ਹੈ। ਅਰਥਾਤ ਪੰਜਾਬੀ ਜੀਵਨ ਵਿੱਚ ਮੁਰਦੇ ਹਾਨੀ ਜਿਹੀ ਛਾ ਗਈ ਹੈ। ਇਸ ਦੁਖਾਂਤਕ ਸਥਿਤੀ ਵਿੱਚ ਫਸੇ ਪੰਜਾਬੀਆਂ ਦੀਆਂ ਜ਼ਿੰਦਗੀਆਂ ਨੂੰ ਕੱਢਣਾ ਬਹੁਤ ਔਖਾ ਜਾਪਦਾ ਹੈ। ਅਸਲ ਵਿੱਚ ਜਿੱਥੇ ਫੁੱਲ ਹੁੰਦਾ ਹੈ ਉੱਥੇ ਕੰਡਾ ਵੀ ਹੁੰਦਾ ਹੈ। ਕੰਡੇ ਨਾਲੋਂ ਫੁੱਲਾਂ ਨੂੰ ਤੋੜਨ ਦਾ ਮਤਲਬ ਫੁੱਲਾਂ ਦਾ ਨਾਸ਼ ਕਰਨਾ ਹੁੰਦਾ ਹੈ। ਇਸ ਤਰ੍ਹਾਂ ਸੋਹਣੇ ਪੰਜਾਬ ਨੂੰ ਪੁਰਾਤਨ ਦੀਆਂ ਬੁਰਾਈਆਂ ਨਾਲੋਂ ਅਲੱਗ ਕਰਕੇ ਇਸ ਵਿਚਲੇ ਰਾਸਤੇ ਖੁਸ਼ੀਆਂ ਨੂੰ ਮਾਰ ਦਿੱਤਾ ਹੈ। ਅਗਲਾ ਸਵਾਲ ਕਵੀ ਕਰਦਾ ਹੈ, ਦੱਸ ਨਾ ਇਹ ਕੀ ਹੋਇਆ, ਕਿਸ ਲਈ ਸਭ ਕੁਝ ਖੋਇਆ, ਦਵਾਈ ਖਾ ਮਰੀਜ਼ ਹੀ ਮੋਇਆ, ਸਾਡੇ ਹੱਥ ਕੀ ਆਇਆ, ਦਿਲ ਸਾਡੇ ਸੱਖਣੇ ਲਾਟ ਬੁਝ ਗਈ ਹੈ। ਕਵੀ ਦਾ ਅਗਲਾ ਸਵਾਲ, ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੋਇਆ ਕਵੀ ਅੱਜ ਦੇ ਪੰਜਾਬੀ ਨੌਜਵਾਨ ਨੂੰ ਕਹਿੰਦਾ ਹੈ ਕਿ ਅਸੀਂ ਪੰਜਾਬ ਦੀਆਂ ਪੁਰਾਤਨ ਬੁਰਾਈਆਂ ਤੋਂ ਛੁਟਕਾਰਾ ਪਾਉਣ ਦੇ ਯਤਨ ਵਿੱਚ ਪੰਜਾਬੀ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਦਾ ਅੰਤ ਕਰ ਲਿਆ ਹੈ। ਅਸੀਂ ਪੁਰਾਤਨ ਪੰਜਾਬ ਦੀਆਂ ਖੁੱਲ੍ਹਾਂ ਖੁਸ਼ੀਆਂ ਤੇ ਰੰਗੀਨੀਆਂ ਨੂੰ ਗਵਾ ਕੇ ਕੁਝ ਵੀ ਨਹੀਂ ਖੱਟਿਆ। ਸਾਡੀ ਦਵਾਈ ਖਾ ਕੇ ਤਾਂ ਮਰੀਜ਼ ਹੀ ਮਰ ਗਿਆ ਹੈ। ਸਾਨੂੰ ਪੰਜਾਬ ਦੇ ਸੁਧਾਰ ਦਾ ਯਤਨ ਕਰਕੇ ਕੁਝ ਵੀ ਨਹੀਂ ਲੱਭਾ। ਫਲਸਰੂਪ ਸਾਡੇ ਦਿਲ ਸੱਖਣੇ ਹੋ ਗਏ ਹਨ। ਉਹਨਾਂ ਵਿੱਚੋਂ ਖੁਸ਼ੀਆਂ ਤੇ ਰੰਗੀਨੀਆਂ ਦੀ ਲਾਟ ਬੁਝ ਗਈ ਹੈ। ਸੋ ਇਹ ਸੀ ਕਵਿਤਾ ਦੇ ਵਿੱਚ ਕੀਤੇ ਹੋਏ ਕਵੀ ਦੇ ਸਵਾਲ। ਸੋ ਇਸ ਕਵਿਤਾ ਸੰਬੰਧੀ ਕੁਝ ਵਸਤੂਨਿਸ਼ਟ ਪ੍ਰਸ਼ਨ ਉੱਤਰ ਹਨ, ਆਓ ਉਹਨਾਂ ਬਾਰੇ ਵਿਚਾਰ ਕਰਦੇ ਹਾਂ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਦੇ ਕਵੀ ਦਾ ਨਾਂ ਪ੍ਰੋਫੈਸਰ ਪੂਰਨ ਸਿੰਘ। ਤੁਹਾਡੀ ਪਾਠ ਪੁਸਤਕ ਵਿੱਚ ਦਰਜ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦਾ ਨਾਂ ਪੁਰਾਣੇ ਪੰਜਾਬ ਨੂੰ ਆਵਾਜ਼ਾਂ। ਅਗਲਾ ਪ੍ਰਸ਼ਨ ਹੈ ਈੜੀ, ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਕਵੀ ਭਾਈਚਾਰੇ ਬਾਰੇ ਕਿਸ ਤੋਂ ਪੁੱਛਦਾ ਹੈ? ਅੱਜ ਕੱਲ੍ਹ ਦੇ ਪੰਜਾਬੀ ਨੌਜਵਾਨ ਨੂੰ ਜਿਹੜਾ ਸਵਾਲ ਕਰਦਾ ਕਵੀ ਕਿਹਦੇ ਨਾਲ ਗੱਲਾਂ ਕਰਦਾ? ਅੱਜ ਦੀ ਨਵੀਂ ਪੀੜ੍ਹੀ ਦੇ ਪੜ੍ਹੇ ਲਿਖੇ ਨੌਜਵਾਨ ਨਾਲ। ਕਵੀ ਅਨੁਸਾਰ ਪੁਰਾਣੇ ਪੰਜਾਬ ਵਿੱਚ ਸੱਸਾਂ ਦੇ ਦਿਲ ਕਿਹੋ ਜਿਹੇ ਸਨ? ਉੱਤਰ ਹੈ ਸਮੁੰਦਰਾਂ ਵਰਗੇ। ਹੁਣ ਠੀਕ ਗਲਤ ਦੱਸਣਾ ਹੈ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਅਨੁਸਾਰ ਪੁਰਾਣੇ ਸਮਿਆਂ 'ਚ ਲੋਕ ਸੁੱਚਾ ਅਤੇ ਸੁਥਰਾ ਵਪਾਰ ਕਰਦੇ ਸਨ। ਬਿਲਕੁਲ ਠੀਕ ਉੱਤਰ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਕਵੀ ਨੂੰ ਮਨੁੱਖਾਂ ਦੀ ਪੂਜਾ ਦੀ ਥਾਂ ਠੀਕਰੀਆਂ ਦੀ ਪੂਜਾ ਕਰਨ ਬਾਰੇ ਕਵੀ ਕਹਿੰਦਾ ਹੈ ਕਿ ਇਹ ਸਹੀ ਹੈ ਕਿ ਗਲਤ? ਇਹਦਾ ਉੱਤਰ ਹੈ ਨਾ, ਨਹੀਂ। ਅਗਲਾ ਹੈ, ਉਹ ਹੁਣ ਪੁਰਾਣੇ ਵਿਆਹ ਦੇ ਡੈਸ਼ ਨਹੀਂ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਦੇ ਆਧਾਰ 'ਤੇ ਖਾਲੀ ਸਥਾਨ ਭਰੋ। ਉਹ ਹੁਣ ਪੁਰਾਣੇ ਵਿਆਹ ਦੇ ਰੰਗ ਤੇ ਢੰਗ ਨਹੀਂ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਭਰਪੂਰ ਚਿਤਰਨ ਹੋਇਆ ਹੈ ਪੰਜਾਬੀ ਸੱਭਿਆਚਾਰ ਦਾ, ਭਾਰਤੀ ਸੱਭਿਆਚਾਰ ਦਾ, ਦੇਸੀ ਸੱਭਿਆਚਾਰ ਦਾ ਜਾਂ ਵਿਦੇਸੀ। ਇਹ ਹੈ ਪੰਜਾਬੀ ਸੱਭਿਆਚਾਰ ਦਾ। ਅੱਗੇ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਪੰਜਾਬ ਨੂੰ ਆਵਾਜ਼ਾਂ ਦਾ ਕੇਂਦਰੀ ਭਾਵ ਲਿਖੋ। ਇਹਦੇ ਵਿੱਚ ਅਸੀਂ ਜਾਣਦੇ ਹਾਂ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ। ਪੂਰਨ ਸਿੰਘ ਤੋਲ ਤੁਕਾਂਤ ਅਤੇ ਛੰਦ ਦੀ ਬਸੰਤ ਨੂੰ ਠੁਕਰਾ ਕੇ ਸੈਲਾਨੀ ਛੰਦ ਦੀ ਵਰਤੋਂ ਕੀਤੀ ਹੈ। ਆਪ ਨੇ ਪੰਜਾਬ ਦੀ ਧਰਤੀ ਅਤੇ ਪੰਜਾਬੀ ਸੱਭਿਆਚਾਰ ਦਾ ਬੜਾ ਸੁਚੱਜਾ ਚਿੱਤਰ ਪੇਸ਼ ਕੀਤਾ ਹੈ। ਬੀਤੇ ਸਮੇਂ ਨੂੰ ਸੁਨਹਿਰੀ ਸਮਾਂ ਦੱਸਦੇ ਅਤੇ ਨਵੇਂ ਜ਼ਮਾਨੇ ਦੀ ਰੌਸ਼ਨੀ ਨੂੰ ਆਪ ਨੂੰ ਚੰਗੀ ਨਹੀਂ ਲੱਗਦੀ। ਇਸ ਕਰਕੇ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦੇ ਹਨ। ਇਹ ਕਵਿਤਾ ਰੋਮਾਂਟਿਕ ਭਾਵਾਂ ਨਾਲ ਭਰਪੂਰ ਹੈ। ਇਹ ਕਵਿਤਾ ਦਾ ਕੇਂਦਰੀ ਭਾਵ ਹੇਠ ਲਿਖੇ ਅਨੁਸਾਰ ਹੈ। ਵਰਤਮਾਨ ਪੰਜਾਬੀ ਜੀਵਨ ਵਿੱਚ ਪੁਰਾਤਨ ਪੰਜਾਬੀ ਜੀਵਨ ਵਾਲਾ
ਖੁੱਲ੍ਹਾ, ਮਿੱਠਤ, ਸਰਲਤਾ, ਸਾਦਗੀ ਅਤੇ ਰੰਗੀਨੀਆਂ ਉੱਡ ਗਈਆਂ ਹਨ ਅਤੇ ਇਸ ਦੀ ਥਾਂ ਬੇਰਸੀ, ਬੇਸਵਾਦੀ, ਫਿੱਕਾਪਣ ਅਤੇ ਪੈਸੇ ਦਾ ਪ੍ਰੇਮ ਪ੍ਰਧਾਨ ਹੋ ਗਿਆ ਹੈ। ਅੱਜ ਕੱਲ੍ਹ ਇਸ ਵਿੱਚੋਂ ਪੁਰਾਣੇ ਵਹਿਮ ਮੁੱਕ ਗਏ ਹਨ, ਪਰ ਅਸੀਂ ਕੁਝ ਨਹੀਂ ਖੱਟਿਆ, ਅਸੀਂ ਆਪਣੀਆਂ ਸਾਰੀਆਂ ਖੁਸ਼ੀਆਂ ਗੁਆ ਲਈਆਂ ਹਨ। ਸੋ ਇਹ ਸੀਗੀ ਬੇਟਾ ਤੁਹਾਡੀ ਜਿਹੜੀ ਕਵਿਤਾ ਅਤੇ ਕਵਿਤਾ ਦਾ ਕੇਂਦਰੀ ਭਾਵ। ਪੰਜਾਬ ਨੂੰ ਆਵਾਜ਼ਾਂ ਕਵਿਤਾ ਦੇ ਇਹ ਉੱਪਰ ਤੁਹਾਨੂੰ ਜਿਹੜੇ ਵਸਤੂਨਿਸ਼ਟ ਪ੍ਰਸ਼ਨ ਦਿੱਤੇ ਗਏ ਹਨ ਅਤੇ ਉੱਪਰ ਬੇਟਾ ਕਵਿਤਾ ਨੂੰ ਅਸੀਂ ਨੇ ਕਵਿਤਾ ਦੇ ਵਿੱਚ ਜੋ ਵੀ ਇਸ ਦੇ ਅਰਥ ਨੇ ਉਹ ਤੁਹਾਡੇ ਨਾਲ ਪ੍ਰਸੰਗ ਸਹਿਤ ਸਾਂਝੇ ਕੀਤੇ ਹਨ। ਸੋ ਕਵਿਤਾ ਬੇਟਾ ਲੰਮੀ ਜ਼ਰੂਰ ਹੈ, ਪਰ ਕਵਿਤਾ ਦੇ ਵਿੱਚ ਪੰਜਾਬੀ ਸੱਭਿਆਚਾਰ ਦੀ ਪੁਰਾਣੀ ਤਸਵੀਰ ਅਤੇ ਅੱਜ ਦੀ ਤਸਵੀਰ ਨੂੰ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਚਾਹੇ ਵਿਆਹ ਦੀ ਗੱਲ ਹੈ ਜਾਂ ਕੁੜੀਆਂ ਦੇ ਹਾਰ ਸ਼ਿੰਗਾਰ ਦੀ, ਉਹਨਾਂ ਦੇ ਗਾਉਣ ਦੀ ਗੱਲ ਹੈ, ਜਾਂ ਪੰਜਾਬੀ ਸਾਡੇ ਰਸਮ ਰਿਵਾਜ਼ਾਂ ਦੀ ਗੱਲ ਹੈ, ਚਾਹੇ ਪੰਜਾਬੀ ਸੱਭਿਆਚਾਰ ਦੀ ਗੱਲ ਹੈ, ਸਾਡੇ ਭਾਈਚਾਰਕ ਸਾਂਝ ਦੀ ਗੱਲ ਹੈ, ਸਾਡੇ ਆਪਣੇ ਜੋ ਰਸਮ ਰਿਵਾਜ਼ ਸੀ ਉਹਨਾਂ ਦੀ ਗੱਲ ਹੈ, ਅਤੇ ਸਾਡੇ ਤਿੱਥ ਤਿਉਹਾਰਾਂ ਦੀ ਗੱਲ ਹੈ। ਸੋ ਇਹ ਜਿਹੜਾ ਓਵਰਆਲ ਜਿਹੜੀ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਪੁਰਾਣੇ ਪੰਜਾਬ ਨੂੰ ਆਵਾਜ਼, ਬਹੁਤ ਹੀ ਵਧੀਆ ਕਵਿਤਾ ਹੈ। ਸੋ ਇਸ ਕਵਿਤਾ ਨੂੰ ਹੋਰ ਬਰੀਕੀ ਨਾਲ ਜਾਣਨ ਲਈ ਆਪਣੀ ਪਾਠ ਪੁਸਤਕ ਵਿੱਚੋਂ ਜ਼ਰੂਰ ਪੜ੍ਹਨਾ। ਸੋ ਕਵਿਤਾ ਦੇ ਪ੍ਰਸ਼ਨ ਉੱਤਰਾਂ ਨਾਲ ਸੰਬੰਧਿਤ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ।